ਪਿਛਲੇ ਲੰਬੇ ਸਮੇਂ ਤੋਂ ਕਿਸ ਤਰੀਕੇ ਨਾਲ ਪੰਜਾਬ ਦੇ ਨਾਲ ਦਿੱਲੀ ਦੀ ਸਰਕਾਰ ਵੱਲੋਂ ਜੇ ਸਮੇਂ ਦੀ ਕੋਈ ਵੀ ਸਰਕਾਰ ਰਹੀ ਹੋਵੇ ਅਨਿਆਂ ਤੇ ਧੱਕੇ ਕੀਤੇ ਗਏ। ਇਹਦੇ 'ਚ ਪੰਜਾਬ ਦੀਆਂ ਰਾਸ਼ਟਰੀ ਧਿਰਾਂ ਨੇ ਵੀ ਸੱਤਾ ਹਾਸਲ ਕਰਨ ਲਈ ਆਪਣੀਆਂ ਰਾਸ਼ਟਰੀ ਰੋਟੀਆਂ ਸੇਕਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਕਾਨੂੰਨ ਤਾਂ ਇਹਨਾਂ ਨੂੰ ਰੱਦ ਕਰਨੇ ਹੀ ਪੈਣਗੇ। ਜਿਹੜਾ ਇਹ ਕਹਿ ਦਿੰਦੇ ਆ ਕਿ ਜੀ ਅਸੀਂ 1.5 ਸਾਲ ਵਾਸਤੇ ਇਹਨੂੰ ਪੋਸਟਪੋਨ ਕਰ ਦਿੰਨੇ ਆ। ਪੋਸਟਪੋਨ ਕਰਨ ਦਾ ਮਤਲਬ ਇਹ ਹੈ ਵੀ ਫੰਦਾ ਤੁਹਾਡੇ ਉੱਤੇ ਲਟਕ ਰਿਹਾ ਹੈ, ਤੁਸੀਂ ਅੱਜ ਗੱਲ ਨਾ ਫਸਾਓ, ਵਿੱਚ ਦੇ ਸਾਲ ਬਾਅਦ ਫਸਾ ਲਓ। ਕਿਸਾਨ ਸੀਗੇ ਉਹ ਬੜੇ ਹੀ ਕਹਿ ਲਓ ਵੀ ਉਹ ਵਕਤ ਦੇ ਮਾਰੇ ਹੋਏ ਸੀਗੇ। ਨਾ ਉਹਨਾਂ ਨੂੰ ਆਪਣੀ ਜਿਣਸ ਦਾ ਭਾਅ ਮਿਲਦਾ ਸੀ, ਨਾ ਉਸ ਨੂੰ ਬਣਦਾ ਸਥਾਨ ਮਿਲਦਾ ਸੀ। ਜੇ ਆਪਾਂ ਇਹ ਕਹਿ ਲਈਏ ਕਿ ਇਹ ਇੱਕ ਉਸ ਕਿਸਾਨ ਨੂੰ ਇੱਕ ਬਣਦਾ ਸਥਾਨ ਦਿਵਾਉਣ ਦੀ ਇੱਕ ਕ੍ਰਾਂਤੀ ਹੈਗੀ ਹੈ। ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਅੰਦੋਲਨਕਾਰੀਆਂ ਦੇ ਵਿਰੋਧ 'ਚ ਖੜੀਆਂ ਹੁੰਦੀਆਂ ਨੇ। ਚਾਹੇ ਗੁਰੂ ਨਾਨਕ ਸਾਹਿਬ ਨੂੰ, ਆਪਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ 'ਚ ਜਾਣਾ ਪਿਆ, ਔਰ ਗੁਰੂ ਗੋਬਿੰਦ ਸਿੰਘ ਜੀ ਤੱਕ ਆਉਂਦਿਆਂ ਆਪਾਂ ਨੂੰ ਪੂਰਾ ਪਤਾ ਹੈ ਕਿ ਸਾਡੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਇਹ ਬਿਲਕੁਲ ਸਹੀ ਹੈ ਕਿ ਖੇਤੀ ਅੰਦੋਲਨ ਜਿਸ ਵੱਡੇ ਤਰੀਕੇ ਨਾਲ ਉਸ ਨੂੰ ਭਰਮਾ ਹੰਗਾਰਾ ਮਿਲਿਆ, ਉਹਦਾ ਧਰਾਤਲ ਜਾਂ ਪਿਛੋਕੜ ਪੰਜਾਬ ਹੈ। ਕੇਂਦਰ ਨੂੰ ਵੀ ਇਸ ਗੱਲ ਦੀ ਬੜੀ ਤਕਲੀਫ ਹੈ। ਸਾਡੇ ਹੁਣ ਇਹ ਉਹਨਾਂ ਲੋਕਾਂ ਨੂੰ ਇੰਨੀ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲੱਗ ਸਕਿਆ ਜਦੋਂ ਕਾਨੂੰਨ ਬਣ ਰਹੇ ਸੀ ਤੇ ਜਦੋਂ ਲਾਗੂ ਕੀਤੇ ਜਾ ਰਹੇ ਸੀ। ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਝਾਂਸੇ ਦਿੱਤੇ ਗਏ ਹੋਣਗੇ ਕਿ ਤੁਹਾਡੀਆਂ ਕੀਮਤਾਂ ਵੱਧ ਜਾਣਗੀਆਂ, ਇਹ ਹੋਏਗਾ। ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਜੇ ਵਧਣਗੀਆਂ ਤਾਂ ਜਿਹੜਾ ਉਹਨਾਂ ਨੂੰ ਲੈ ਕੇ ਅੰਨ ਨੂੰ, ਅਨਾਜ ਨੂੰ ਆਪਣੀ ਤਿਜੋਰੀ ਦੇ ਵਿੱਚ ਪਾਏਗਾ, ਜਿਸ ਤਰ੍ਹਾਂ ਟਕੈਤ ਸਾਹਿਬ ਕਹਿ ਰਹੇ ਨੇ, ਉਸ ਦੀਆਂ ਵਧਣਗੀਆਂ। ਜਿਹੜੀਆਂ ਵਕਤੀ ਹਕੂਮਤਾਂ ਸੀਗੀਆਂ ਉਹਨਾਂ ਨੇ ਆਪਣੀ ਮਨਮਾਨੀਆਂ ਕਰਕੇ ਜਿਸ ਤਰ੍ਹਾਂ ਸਮਾਜ ਨੂੰ ਉਸ ਕਿਨਾਰੇ ਤੇ ਲਿਆ ਕੇ ਖੜਾ ਕਰ ਦਿੱਤਾ, ਅੰਨਦਾਤਾ ਨੂੰ ਉਸ ਸਥਾਨ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਉਹ ਮਜਬੂਰ ਹੋ ਗਿਆ। ਮਾਨਵਤਾ ਦੀ ਜਿਹੜੀ ਲੜਾਈ ਲੜੀ ਜਾ ਰਹੀ ਹੈ, ਮਾਨਵਤਾ ਦਾ ਸੰਦੇਸ਼ ਜਿਸ ਲੜਾਈ ਦੇ ਵਿੱਚ ਦਿੱਤਾ ਜਾ ਰਿਹਾ ਹੈ, ਉਸ ਲੜਾਈ ਨੂੰ ਕਿਉਂ ਬਦਨਾਮ ਕੀਤਾ ਗਿਆ? ਵੱਖ-ਵੱਖ ਨਾਂ ਦੇ ਕੇ, ਕਦੇ ਦੇਸ਼ ਵਿਰੋਧੀ, ਕਦੇ ਦੇਸ਼ ਧਰੋਹੀ, ਕਦੇ ਖਾਲਿਸਤਾਨੀ, ਕਦੇ ਨਕਸਲੀ। ਆਖਰਕਾਰ ਇਸ ਲੜਾਈ ਨੂੰ ਕਿਉਂ ਜਿਹੜਾ ਹੈ ਗਲਤ ਰੰਗ ਨਾਲ ਲਪੇੜਨ ਦਾ ਯਤਨ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਵੱਲੋਂ? ਦੇਖੋ, ਸਿਆਸੀ ਧਿਰਾਂ ਦਾ ਰੋਲ ਤਾਂ ਹਮੇਸ਼ਾ ਹੀ ਨਿੰਦਣਯੋਗ ਰਿਹਾ ਅਗਰ ਆਪਾਂ ਸੱਚਾਈ ਦੇ ਵੱਲ ਜਾਈਏ। ਇਸ ਅੰਦੋਲਨ ਨੂੰ ਵੀ ਜਾਣਬੁੱਝ ਕੇ, ਜਿਵੇਂ ਤੁਸੀਂ ਕਿਹਾ ਸੀਗਾ, ਕਦੇ ਨਕਸਲਾਈਟ, ਕਦੇ ਖਾਲਿਸਤਾਨੀ, ਯਾਨੀ ਕਿ ਇਹਨੂੰ ਰਾਹ ਤੋਂ ਭਟਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਕੁਚਾਲਾਂ ਸੀਗੀਆਂ, ਜਿਹੜੇ ਉਹਨਾਂ ਦੇ ਚੱਕਰਵੂਹ ਸੀ, ਉਹਨਾਂ 'ਚ ਪੰਜਾਬੀ ਜਾਂ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਨਹੀਂ ਫਸਿਆ। ਜਿਵੇਂ ਕਹਿੰਦੇ ਨੇ ਕਿ ਲੋਲੀਪੌਪ ਦਿਖਾ ਕੇ ਕਿ ਤਾਂ ਤੇਰੇ ਵਾਸਤੇ ਮੈਂ ਲਿਆ ਹੈਗਾ ਤੇ ਦਿਖਾ ਕੇ ਖਾ ਆਪ ਹੀ ਲੈਣਾ। ਤੇ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈਗਾ ਸਿਆਸੀ ਧਿਰਾਂ ਬੇਵਕੂਫ ਬਣਾਉਂਦੀਆਂ ਰਹੀਆਂ ਨੇ ਇਸ ਗਰਭ ਦੇ ਨੀਚੇ ਕਿ ਅਸੀਂ ਤਾਂ ਤੁਹਾਡੇ ਵਾਸਤੇ ਲੜਾਈ ਲੜਦੇ ਹਾਂ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਕੇਂਦਰ ਦੇ ਖੇਤੀ ਕਾਨੂੰਨਾਂ ਵੱਲ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਹੈ, ਕੇਂਦਰ ਨੇ ਇਸ ਅੰਦੋਲਨ ਨੂੰ ਭੰਨਣ ਲਈ ਪੰਜਾਬ ਤੱਕ ਸੀਮਿਤ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਅੰਦੋਲਨ ਹੁਣ ਬੈਰੀਕੇਡ ਤੋੜ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫੈਲ ਚੁੱਕਾ ਹੈ। ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ 'ਚ ਜਿਸ ਵੱਡੀ ਪੱਧਰ ਤੇ ਹੰਗਾਰਾ ਮਿਲਿਆ ਉਸਦੇ ਬਹੁਤ ਸਾਰੇ ਕਾਰਨ ਮੌਜੂਦ ਹੈ, ਪਰ ਪੰਜਾਬੀ ਇਹ ਵੀ ਜਾਣਦੇ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸ ਤਰੀਕੇ ਨਾਲ ਪੰਜਾਬ ਦੇ ਨਾਲ ਦਿੱਲੀ ਦੀ ਸਰਕਾਰ ਵੱਲੋਂ ਜੇ ਸਮੇਂ ਦੀ ਕੋਈ ਵੀ ਸਰਕਾਰ ਰਹੀ ਹੋਵੇ ਅਨਿਆਂ ਤੇ ਧੱਕੇ ਕੀਤੇ ਗਏ। ਇਹਦੇ 'ਚ ਪੰਜਾਬ ਦੀਆਂ ਰਾਸ਼ਟਰੀ ਧਿਰਾਂ ਨੇ ਵੀ ਸੱਤਾ ਹਾਸਲ ਕਰਨ ਲਈ ਆਪਣੀਆਂ ਰਾਸ਼ਟਰੀ ਰੋਟੀਆਂ ਸੇਕਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਸ਼ਾਇਦ ਇਹੀ ਵਜ੍ਹਾ ਹੈ ਕਿ ਪਾਰਲੀਮੈਂਟ ਦੇ ਅੰਦਰ ਬੈਠ ਕੇ ਅੱਜ ਵੀ ਪ੍ਰਧਾਨ ਮੰਤਰੀ ਸ਼੍ਰੀਮਾਨ ਮੋਦੀ ਜੀ ਤੇ ਕੇਂਦਰ ਦੇ ਖੇਤੀ ਮੰਤਰੀ ਤੋਮਰ ਜੀ ਇਹ ਕਹਿਣ ਤੋਂ ਪਿੱਛੇ ਨਹੀਂ ਹਟਦੇ ਕਿ ਜਿਹੜੇ ਖੇਤੀ ਦੇ ਕਾਨੂੰਨ ਲਿਆਂਦੇ ਗਏ ਹੈ ਇਹਨਾਂ 'ਚ ਕਾਲਾ ਕੀ ਹੈ, ਉਹਨਾਂ ਨੂੰ ਸਾਰਾ ਚਿੱਟਾ ਹੀ ਚਿੱਟਾ ਨਜ਼ਰ ਆਉਂਦਾ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਚਰਚਾ 'ਚ ਜਿਹੜੇ ਸਾਡੇ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ, ਮੈਂ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਕਹਿਣਾ ਚਾਹਾਂਗਾ ਕਿ ਗੈਰ ਰਾਜਸੀ ਵਿਦਵਾਨਾਂ ਦੀ ਡਿਬੇਟ ਹੈ। ਡਾਕਟਰ ਭੀਮਿੰਦਰ ਜੀ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਨੇ, ਗੁਰਤੇਜ ਸਿੰਘ ਸਾਬਕਾ IAS ਨੇ, ਇਸੇ ਤਰੀਕੇ ਨਾਲ
ਮਦਨਜੀਤ ਕੌਰ ਸਹੋਤਾ ਜੀ ਪ੍ਰਿੰਸੀਪਲ ਰਹੇ ਹੈ ਤੇ ਸਾਰੇ ਮਹਿਮਾਨ ਆਪਣੇ ਵੱਖ-ਵੱਖ ਰਾਜਸੀ ਤੇ ਸਮਾਜਿਕ ਮੁੱਦਿਆਂ ਤੇ ਇੱਕ ਵੱਖਰੀ ਪਹਿਚਾਣ ਵੀ ਰੱਖਦੇ ਹੈ। ਤਿੰਨਾਂ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਇਆਂ ਦਾ ਵੈਲਕਮ ਕਰਦਾ ਹਾਂ। ਗੁਰਤੇਜ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ ਜੀ। ਇਹ ਬਿਲਕੁਲ ਸਹੀ ਹੈ ਕਿ ਖੇਤੀ ਅੰਦੋਲਨ ਜਿਸ ਵੱਡੇ ਤਰੀਕੇ ਨਾਲ ਉਸ ਨੂੰ ਭਰਵਾਂ ਹੰਗਾਰਾ ਮਿਲਿਆ, ਉਹਦਾ ਧਰਾਤਲ ਜਾਂ ਪਿਛੋਕੜ ਪੰਜਾਬ ਹੈ। ਕੇਂਦਰ ਨੂੰ ਵੀ ਇਸ ਗੱਲ ਦੀ ਬੜੀ ਤਕਲੀਫ ਹੈ, ਪਰ ਪੰਜਾਬੀ ਵਾਰ-ਵਾਰ ਇਹ ਸੋਚਦੇ ਆ ਕਿ ਕੀ ਵਜ੍ਹਾ ਹੈ ਕਿ ਦਿੱਲੀ ਸਾਡੇ ਨਾਲ ਵਾਰ-ਵਾਰ ਧੱਕੇ ਤੇ ਅਨਿਆਂ ਕਿਉਂ ਕਰਦੀ ਹੈ। ਉਹ ਇਹਨਾਂ ਕਾਨੂੰਨਾਂ ਨੂੰ ਵੀ ਇਸ ਦੇ ਮੱਦੇਨਜ਼ਰ ਹੀ ਲੈ ਰਹੇ ਹੈ, ਇਸੇ ਕਰਕੇ ਏਡਾ ਵੱਡਾ ਹੰਗਾਰਾ ਦੇ ਰਹੇ ਹੈ। ਜੀ ਗੁਰਤੇਜ ਜੀ। ਜੀ ਦੇਖੋ ਜੀ, ਇਹ ਜਿਹੜਾ ਜਗਤਾਰ ਜੀ ਜਿਹੜਾ ਪੰਜਾਬ ਦਾ ਖਾਸਾ ਹੈ ਉਸ ਨੂੰ ਪਰਚੋਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੇਂਦਰ ਵੱਲੋਂ। ਇੱਥੇ ਗੁਰੂ ਦੇ ਨਾਂ ਦੇ ਉੱਤੇ ਪੰਜਾਬ ਜਿਉਂਦਾ ਹੈ, ਔਰ ਜਿਹੜੀ ਬਾਣੀ ਹੈ ਗੁਰੂ ਦੀ ਉਹ ਕੀ ਕਹਿੰਦੀ ਹੈ, ਏਕੋ ਤਖਤ ਏਕੋ ਪਾਤਸ਼ਾਹ ਸਭਨੀ ਥਾਈਂ ਬੇਪਰਵਾਹ। ਦੁਨੀਆ ਦੇ ਵਿੱਚ ਇੱਕੋ ਹੀ ਸੋਵਰਨ ਹੈ ਔਰ ਉਹ ਸਾਰਿਆਂ ਜਗ੍ਹਾ ਦੇ ਉੱਤੇ ਉਸ ਦੀ ਸ਼ਹਿਨਸ਼ਾਹੀ ਹੈ। ਫਿਰ ਕਹਿੰਦੇ ਹੈ ਪੰਜਵੇਂ ਪਾਤਸ਼ਾਹ ਕਬੀਰ ਜੀ ਦਾ ਲਫ਼ਜ਼ ਬੋਰੋ ਕਰਕੇ ਕਹਿੰਦੇ ਨੇ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਏ। ਇਹ ਤਸਕਰਾਂ ਨੇ ਕਬਜ਼ੇ ਦੇ ਵਿੱਚ ਕਰ ਲਈ ਹੈ, ਇਹ ਸਾਧ ਦੀ ਪਰਮਾਤਮਾ ਦੀ ਧਰਤੀ ਹੈ। ਫਿਰ ਜਿਸ ਵੇਲੇ ਤਾਂ ਇਹ ਸਾਡੀ ਥਿਉਰੀ ਹੈ, ਸਾਡੀ ਧਾਰਮਿਕ ਵੀ ਹੈ ਤੇ ਇਹ ਸਿਆਸੀ ਵੀ ਹੈ, ਪੋਲਿਟੀ ਦੀ ਵੀ ਇਹੀ ਥਿਉਰੀ ਹੈ ਕਿ ਸਾਰਾ ਕੁਝ ਇਸ ਪਰਮਾਤਮਾ ਦਾ ਹੈ ਔਰ ਪਰਮਾਤਮਾ ਦੇ ਵਿੱਚ ਵਸ ਰਿਹਾ ਹੈ। ਤੇ ਜਿਹੜੀ ਇਹ ਧਰਤੀ ਹੈ ਉਹ ਉਸ ਦੇ ਉੱਤੇ ਸਭ ਦਾ ਅਧਿਕਾਰ ਹੈ, ਕਿਸੇ ਇੱਕ ਧਿਰ ਦਾ, ਇੱਕ ਆਦਮੀ ਦਾ, ਇੱਕ ਦਾ ਅਧਿਕਾਰ ਨਹੀਂ ਹੈ। ਇਹ ਸਭ ਦੀ ਧਰਤੀ ਹੈ, ਪਰਮਾਤਮਾ ਦੀ ਧਰਤੀ ਹੈ। ਤਾਂ ਇਸ ਤੋਂ ਬਾਅਦ ਜਦੋਂ ਬੰਦਾ ਬਹਾਦਰ ਆਇਆ ਪਹਿਲੀ ਵਾਰੀ ਔਰ ਉਸਨੇ ਸਿੱਕਾ ਜਾਰੀ ਕੀਤਾ ਹੈ ਤਾਂ ਉਹਦੇ ਵਿੱਚ ਉਹਨੇ ਲਿਖਿਆ, ਸਿੱਕਾ ਜ਼ਦਬਰ ਹਰ ਦੋ ਆਲਮ ਤੇਗੇ ਨਾਨਕ ਵਾਹ ਬਸਤ। ਜੋ ਗੁਰੂ ਨਾਨਕ ਸਾਹਿਬ ਦਾ ਡਾਕਟਰਨ ਹੈ, ਤੇਗ ਹੈ, ਉਹ ਦੋਨੋਂ ਜਹਾਨਾਂ ਦੇ ਵਿੱਚ ਵੈਲਿਡ ਹੈ। ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹਨਸ਼ਾਹ ਸੱਚਾ ਸਾਹਿਬ ਅਸਤ। ਤਾਂ ਇਹ ਸੱਚੇ ਸਾਹਿਬ ਦੀ ਮਿਹਰ ਦੇ ਨਾਲ ਫਤਿਹ ਅਕਾਲ ਪੁਰਖ ਦੀ ਹੋਣੀ ਹੈ। ਔਰ ਇਹ ਜਿਹੜੇ ਅਕਾਲ ਪੁਰਖ ਦੇ ਹੁਕਮ ਹੈ ਕਿ ਸਾਰੀ ਦੁਨੀਆ ਬਰਾਬਰ ਹੈ, ਸਾਰੇ ਇੱਕ ਪਿਤਾ ਦੇ ਵਾਰਿਸ ਹਨ, ਇੱਕ ਪਿਤਾ ਦੇ ਪੁੱਤਰ ਹਨ, ਧੀਆਂ ਹਨ, ਔਰ ਇਹਨਾਂ ਨੂੰ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈ। ਸੋ ਇਹ ਜਿਹੜੀ ਥਿਉਰੀ ਹੈ ਸਾਡੇ ਖੂਨ ਦੇ ਵਿੱਚ 550 ਸਾਲਾਂ ਤੋਂ ਇੰਜੈਕਟ ਕੀਤੀ ਹੋਈ ਹੈ। ਲੇਕਿਨ ਜੇ ਉਸ ਤੋਂ ਪਹਿਲਾਂ ਦਾ ਇਤਿਹਾਸ ਵੀ ਦੇਖੀਏ ਤਾਂ ਇਸ ਖਿੱਤੇ ਦੇ ਲੋਕ ਜਿਹੜੇ ਸਨ, ਜਿਸ ਵੇਲੇ ਗ੍ਰੀਕ ਇੱਥੇ ਆਏ ਨੇ ਤਾਂ ਉਸ ਵੇਲੇ ਵੀ ਇੱਥੇ ਰਿਪਬਲਿਕ ਸਨ। ਇੱਥੋਂ ਦੇ ਲੋਕ ਆਜ਼ਾਦੀ ਪਸੰਦ ਕਰਦੇ ਹੈ ਔਰ ਜਿਹੜੀ ਆਜ਼ਾਦੀ ਹੈ ਉਹ ਧਰਤੀ ਦੇ ਨਾਲ ਹੈ। ਇੱਕ ਜਿਹੜਾ ਕੋਈ ਥੋੜਾ ਬਹੁਤ ਜ਼ਮੀਨ ਦੇ ਉੱਤੇ ਕੰਮ ਕਰ ਸਕਦਾ ਹੈ ਉਹ ਆਪਣੇ ਆਪ ਨੂੰ ਆਜ਼ਾਦ ਸਮਝਦਾ। ਉਹ ਸਮਝਦਾ ਕਿ ਮੇਰੇ ਕੋਲੇ ਰੋਟੀ ਪਹੁੰਚ ਜਾਣੀ ਹੈ, ਮੈਂ ਮਿਹਨਤ ਨਾਲ ਕਮਾ ਲੈਣੀ ਹੈ ਤੇ ਮੈਨੂੰ ਕਿਸੇ ਦੀ ਕਾਣ ਮੰਨਣ ਦੀ ਲੋੜ ਨਹੀਂ। ਹੁਣ ਇਹ ਸਾਡੇ ਸਾਰੇ ਸਿੱਖ ਉਸ ਤੋਂ ਪਹਿਲਾਂ ਵੀ ਗ੍ਰੀਕ ਸਮਿਆਂ ਦੇ ਵਿੱਚ ਵੀ ਇੱਥੇ ਰਿਪਬਲਿਕ ਸਨ। ਲੋਕ ਆਪਣੇ ਆਪ ਨੂੰ ਗਵਰਨ ਕਰਦੇ ਸੀ, ਕੋਈ ਉਹਨਾਂ ਦੇ ਉੱਤੇ ਰਾਜ ਨਹੀਂ ਸੀ ਹੁੰਦਾ। 5-4 ਰਿਪਬਲਿਕ ਗ੍ਰੀਕ ਸਮੇਂ ਦੇ ਵਿੱਚ ਆਪਾਂ ਨੋਟਿਸ ਕੀਤੀਆਂ। ਹੁਣ ਜਿਹੜਾ ਦੂਸਰੇ ਪਾਸੇ ਹੈ ਹਿੰਦੁਸਤਾਨ ਦਾ ਜਾਂ ਬਾਕੀ ਦੇ ਲੋਕਾਂ ਦਾ ਜਿਹੜੇ ਸਿੱਖੀ ਦੇ ਪ੍ਰਭਾਵ ਤੋਂ ਜਾਂ ਜਿਹੜੇ ਪੰਜਾਬ ਦੇ, ਹਰਿਆਣਾ ਪੰਜਾਬ ਤਾਂ ਇੱਕੋ ਹੀ ਸਮਝੋ ਤੁਸੀਂ, ਵੈਸਟਰਨ ਯੂਪੀ ਤੱਕ ਵੀ ਸਾਡੀ ਪਹੁੰਚ ਹੈ, ਥੋੜੀ ਬਹੁਤ ਉੱਥੇ ਗੱਲ ਪਹੁੰਚਦੀ ਹੈ। ਲੇਕਿਨ ਉਸ ਤੋਂ ਇਲਾਵਾ ਜਿਹੜਾ ਬਾਕੀ ਦਾ ਮੁਲਕ ਹੈ ਉਹਨਾਂ ਵਾਸਤੇ ਧਾਰਮਿਕ ਸੁਸਾਇਟੀ ਹੈ ਸਾਰੀ। ਉਹਦੇ ਵਿੱਚ ਜਿਹੜਾ ਰਾਜਾ ਹੈ ਉਹ ਅਵਤਾਰ ਵੀ ਹੈ, ਮਨੁੱਖਾਂ ਦੇ ਕੋਈ ਅਧਿਕਾਰ ਨਹੀਂ। ਜਿਹੜੇ ਵੀ ਪ੍ਰਜਾ ਹੈ ਉਹਨਾਂ ਦਾ ਕੋਈ ਅਧਿਕਾਰ ਨਹੀਂ, ਜੋ ਅਧਿਕਾਰ ਉਹ ਦੇ ਦੇਵੇ ਉਹ ਅਧਿਕਾਰ ਉਹਨਾਂ ਦਾ ਹੈ। ਸੋ ਇਹ ਦੋ ਐਟੀਟਿਊਡ ਸਨਗੀਆਂ ਜਿਨ੍ਹਾਂ ਦੀ ਕੌਨਫਲਿਕਟ ਹੈ, ਦੋ ਥਿਉਰੀਆਂ ਦਾ ਕੌਨਫਲਿਕਟ ਹੈ। ਹਾਂ, ਕੌਨਫਲਿਕਟ ਹੈ। ਔਰ ਇਹ ਇਸ ਵਾਸਤੇ ਹੈ ਕਿ ਇਹ ਲੋਕ ਇਸ ਨੂੰ ਸਮਝ ਨਹੀਂ ਸਕੇ। ਹੁਣ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਸਿੱਖੀ ਦੀ ਥਿਉਰੀ ਸੀ, ਜਾਂ ਸਿੱਖੀ ਦੀ ਕਾਹਦੀ, ਜਿਹੜੀ ਅਕਾਲ ਪੁਰਖ ਦੀ ਥਿਉਰੀ ਹੈ ਗੁਰੂ ਸਾਹਿਬ ਨੇ ਸਾਡੇ ਤੱਕ ਲੈ ਕੇ ਆਏ ਨੇ, ਉਹ ਜਿਹੜੀ ਥਿਉਰੀ ਹੈਗੀ ਉਹ ਯੂਨੀਵਰਸਲ ਥਿਉਰੀ ਹੈ।
ਉਹ ਪ੍ਰਮਾਤਮਾ ਦੇ ਉਹਨਾਂ ਗੁਣਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਯੂਨੀਵਰਸਲ ਹਨਗੇ। ਔਰ ਜੀ ਯੂਨੀਵਰਸਲ ਜੀ ਦੇ ਵਿੱਚ ਜੇ ਇਹ ਗੱਲ ਪ੍ਰਵਾਨ ਹੁੰਦੀ ਹੈ ਸਾਰੀ ਦੁਨੀਆ ਨੂੰ, ਤਾਂ ਉਸ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨਾ ਚਾਹੀਦਾ ਸੀ। ਔਰ ਜਿਹੜੀ ਕਨਸਟੀਟਿਊਸ਼ਨ ਹੈ ਹਿੰਦੁਸਤਾਨ ਦੀ, ਉਹ ਵੀ ਇਸੇ ਥਿਊਰੀ ਨੂੰ ਸਪੋਰਟ ਕਰਦੀ ਹੈ। ਪ੍ਰਾਈਵੇਟ ਪ੍ਰਾਪਰਟੀ ਦੀ ਆਰਟੀਕਲ 19 ਤੁਸੀਂ ਦੇਖ ਲਓ, ਫਰੀडम ਆਫ ਐਕਸਪ੍ਰੈਸ਼ਨ, ਸਾਰਾ ਕੁਝ ਉਸ ਦੇ ਵਿੱਚ ਇਹੀ ਹੈ। ਸੋ ਜਿਹੜੀ ਸਿੱਖੀ ਦੀ ਥਿਊਰੀ ਹੈ ਜਾਂ ਪੰਜਾਬ ਦੀ ਥਿਊਰੀ ਹੈ, ਔਰ ਜਿਸ ਦੇ ਬਾਰੇ ਪੰਜਾਬ ਨੂੰ ਕਈ ਸਦੀਆਂ ਤੋਂ ਇਸ ਦੇ ਬਾਰੇ ਇਹ ਵਾਕਫੀ ਹੈ, ਉਹ ਥਿਊਰੀ ਇਹ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਤੇ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਕਨਸਟੀਟਿਊਸ਼ਨ ਦੀ ਵੀ ਇਹੀ ਥਿਊਰੀ ਹੈ ਜੀ। ਮਿਹਰਬਾਨੀ ਸਾਹਿਬ, ਥਿਊਰੀ ਹੈ ਜੀ। ਸੋ ਇਸ ਨੂੰ ਲਾਗੂ ਕਰਨਾ ਚਾਹੀਦਾ ਬਜਾਏ ਇਸ ਦੇ ਕਿ ਇਸ ਦੇ ਬਰਖਲਾਫ ਖੜੇ ਹੋਣ। ਡਾਕਟਰ ਭੀਮਿੰਦਰ ਜੀ, ਜਿਸ ਤਰ੍ਹਾਂ ਜਿਹੜਾ ਗੁਰਤੇਜ ਜੀ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਕਿ ਪੰਜਾਬ ਜਾਂ ਪੰਜਾਬੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਦੀਆਂ ਤੋਂ ਆਜ਼ਾਦੀ ਪਸੰਦ ਹੈ, ਤੇ ਇਸ ਕਰਕੇ ਜਦੋਂ ਆਜ਼ਾਦੀ ਤੇ ਛਾਪਾ ਪੈਂਦਾ ਜਾਂ ਉਹਨਾਂ ਦੇ ਹੱਕਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਤਾਂ ਇੱਕ ਲਹਿਰ ਦੇ ਰੂਪ 'ਚ ਪੰਜਾਬੀ ਜਿਹੜਾ ਹੈਗਾ ਵਿਰੋਧ ਦੇ ਝੁੱਟਦੇ ਹੈ। ਤਿੰਨੇ ਖੇਤੀ ਕਾਨੂੰਨਾਂ ਦਾ ਜਿਹੜਾ ਹੰਗਾਰਾ, ਜਿਹੜੀ ਲਹਿਰ, ਉਹ ਆਪਣੀ ਜਗ੍ਹਾ ਤੇ ਹੈ ਹੀ ਹੈ। ਕਿਧਰੇ ਦੇ ਪਿਛੋਕੜ 'ਚ ਡਾਕਟਰ ਸਾਹਿਬ ਇਹ ਵੀ ਲੱਗ ਰਿਹਾ ਕਿ ਪੰਜਾਬ ਨਾਲ ਜਿਹੜਾ ਲੰਬੇ ਸਮੇਂ ਤੋਂ, ਦਹਾਕਿਆਂ ਤੋਂ ਜਿਹੜਾ ਅਨਿਆਂ ਤੇ ਧੱਕੇ ਹੋਇਆ ਹੈ, ਉਹ ਵੀ ਇੱਕ ਵਜ੍ਹਾ ਹੈਗੀ ਹੈ ਕਿ ਜਦੋਂ ਸਾਰਾ ਕੁਝ ਇਕੱਠਾ ਹੁੰਦਾ ਤਾਂ ਫਿਰ ਪੰਜਾਬੀ ਇੱਕ ਲਹਿਰ ਬਣ ਕੇ ਖੜੇ ਹੋਏ ਆ ਤਿੰਨੇ ਖੇਤੀ ਕਾਨੂੰਨ ਦੇ ਨਾਂ ਤੇ ਕਿ ਹੋਰ ਧੱਕਾ ਬਰਦਾਸ਼ਤ ਨਹੀਂ ਹੋਏਗਾ। ਕਿਤੇ ਪਿਛੋਕੜ 'ਚ ਉਹ ਅਨਿਆਂ ਤੇ ਉਹ ਬੇਪ੍ਰਤੀਤੀ ਵੀ ਪਈ ਨਜ਼ਰ ਆ ਰਹੀ ਹੈ। ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਅੱਛਾ ਸਵਾਲ ਹੈ। ਮੈਂ ਥੋੜਾ ਜਿਹਾ ਕਿਉਂਕਿ ਆਪਾਂ ਇਤਿਹਾਸ ਬਾਰੇ ਗੱਲ ਕਰਨੀ ਚਾਹੁੰਦੇ ਹਾਂ, ਹਿੰਦੁਸਤਾਨ ਦੇ ਇਤਿਹਾਸ ਨੂੰ ਸਮਝਦੇ ਹੋਏ ਇਸ ਮੂਵਮੈਂਟ ਨੂੰ ਸਮਝਣ ਦੀ ਬਹੁਤ ਲੋੜ ਹੈ। ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਹਮੇਸ਼ਾ ਹੀ ਮੁਹਿੰਮਾਂ 'ਚ ਰਿਹਾ ਹੈ, ਪੰਜਾਬ ਦੇ ਜਿਉਂਦਿਆਂ ਨੂੰ ਨਿਤ ਮੁਹਿੰਮਾਂ ਆਪਾਂ ਅਕਸਰ ਜਿਹੜਾ ਹੈਗਾ ਜਿਹੜੇ ਸਾਡੇ ਅਖਾਣ ਬਣੇ ਨੇ, ਸਾਡੀਆਂ ਕਹਾਵਤਾਂ ਬਣੀਆਂ ਹੋਈਆਂ ਨੇ। ਸੋ ਉਸ ਨੂੰ ਸਮਝਦੇ ਹੋਏ ਜਦੋਂ ਅਸੀਂ ਲਗਭਗ 5000 ਸਾਲ ਦਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਇਤਿਹਾਸ, ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਪੰਜਾਬ ਤੋਂ ਪਹਿਲਾਂ ਸਪਤ ਸਿੰਧੂ ਇਹਨੂੰ ਕਿਹਾ ਜਾਂਦਾ ਸੀ, 7 ਦਰਿਆਵਾਂ ਦੀ ਧਰਤੀ, ਫਿਰ ਪੰਜ ਨਦ ਪਿਆ, ਫਿਰ ਪੰਜ ਆਬ ਹੋ ਗਿਆ, ਫਿਰ ਪੰਜਾਬ ਬਣਿਆ ਉਸ ਤੋਂ। ਯਾਨੀ ਕਿ ਮੇਰਾ ਮਤਲਬ ਹੈ ਕਿ 5000 ਦੀ ਜਿਹੜੀ ਪੰਜਾਬ ਦੀ ਹਿਸਟਰੀ ਹੈ, ਜਿੰਨੀ ਦੇਰ ਅਸੀਂ ਉਸ ਨੂੰ ਗਹਿਰਾਈ ਨਾਲ ਨਹੀਂ ਸਮਝਾਂਗੇ, ਉਨੀ ਦੇਰ ਇਸ ਮੂਵਮੈਂਟ ਨੂੰ ਅਸੀਂ ਨਹੀਂ ਸਮਝ ਸਕਦੇ। ਉਹਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਜਿਹੜੇ ਸੀ 4 ਵੇਦ ਇੱਥੇ ਰਚੇ ਗਏ। 4 ਵੇਦਾਂ ਤੋਂ ਇਲਾਵਾ ਅਸੀਂ ਨਾਟਯ ਸ਼ਾਸਤਰ ਦਾ 5ਵਾਂ ਵੇਦ, ਨਾਟਯ ਸ਼ਾਸਤਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਇੱਥੇ ਰਚਿਆ ਗਿਆ। ਇਸ ਤੋਂ ਇਲਾਵਾ ਵੱਡੀਆਂ ਵੱਡੀਆਂ ਸਾਡੀਆਂ ਯੂਨੀਵਰਸਿਟੀਆਂ ਉਸ ਵੇਲੇ ਅੱਜ ਤੋਂ 2,500-3,000 ਸਾਲ ਪਹਿਲਾਂ ਜਿਹੜੀਆਂ ਦੁਨੀਆ ਦੇ ਵਿੱਚ ਯੂਨੀਵਰਸਿਟੀਆਂ ਸੀਗੀਆਂ, ਔਰ ਪੂਰਾ ਕੌਟਾਲਿਆ ਵਰਗੇ ਜਿਹੜੀ ਵਿਦਵਾਨ ਸੀ ਸਾਡੇ, ਉਹ ਇੱਥੇ ਇਸ ਧਰਤੀ ਨੇ ਪੈਦਾ ਕੀਤੇ। ਸੋ ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਰਾਮਾਇਣ ਇਸ ਧਰਤੀ ਦੇ ਉੱਤੇ ਲਿਖੀ ਗਈ, ਔਰ ਉਸ ਤੋਂ ਬਾਅਦ ਜਿਹੜਾ ਵੱਡੀ ਗੱਲ ਹੋਈ ਸਿੱਧੂ ਸਾਹਿਬ, ਉਹ ਸੀਗਾ ਕਿ ਮਹਾਭਾਰਤ ਦਾ ਹੋਣਾ। ਮਹਾਭਾਰਤ ਕੁਰੂਕਸ਼ੇਤਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉਹ ਲੜਿਆ ਗਿਆ, ਔਰ ਪੰਜਾਬੀਆਂ ਨੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਕੌਰਵ ਪਾਂਡਵਾਂ ਦਾ ਜਿਹੜਾ ਯੁੱਧ ਸੀਗਾ ਉਹ ਇਸ ਧਰਤੀ ਦੇ ਉੱਤੇ ਲੜਿਆ ਗਿਆ। ਉਸ ਤੋਂ ਬਾਅਦ ਅਸੀਂ ਜਦੋਂ ਆਉਂਦੇ ਹਾਂ, ਜਦੋਂ ਗੁਰੂਆਂ ਵੱਲ ਆਉਂਦੇ ਹਾਂ, ਤਾਂ 526 ਦੇ ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਕਰ ਰਹੇ ਸੀਗੇ, ਤਾਂ ਉਸ ਵੇਲੇ ਜਿਹੜਾ ਮੁਗਲਾਂ ਦਾ ਇੱਥੇ ਆਉਣਾ, ਔਰ 1526 ਦੇ ਵਿੱਚ ਤੁਸੀਂ ਦੇਖੋਗੇ ਕਿ ਮੁਗਲ ਜਦੋਂ ਇੱਥੇ, ਤਾਂ ਗੁਰੂ ਸਾਹਿਬ ਨੇ ਬਾਬਰ ਬਾਣੀ ਲਿਖੀ ਔਰ ਉਹਨੂੰ ਚੈਲੰਜ ਕੀਤਾ। ਵੱਡੀ ਗੱਲ ਹੈ ਜਿਹੜੀ ਸੀਗੀ, ਜਦੋਂ ਬਾਬਰ ਬਾਣੀ ਦੇ ਤੁਸੀਂ ਪੜ੍ਹਦੇ ਹੋ ਗੁਰੂ ਨਾਨਕ ਦੇਵ ਜੀ ਦੀ, ਉਹਦੇ ਵਿੱਚ ਸ਼ਰੇਆਮ ਉਸ ਮੁਗਲ ਨੂੰ, ਉਸ ਸੱਤਾ ਨੂੰ, ਮੁਗਲਾਂ ਦੀ ਸੱਤਾ ਨੂੰ ਉਹਨਾਂ ਨੇ ਚੈਲੰਜ ਕੀਤਾ। ਸਿੱਧੂ ਸਾਹਿਬ, ਇੱਕ ਮੈਂ ਥੋੜੀ ਜਿਹੀ ਹੋਰ ਗਹਿਰਾਈ 'ਚ ਥੋੜਾ ਜਿਹਾ ਜਾਣਾ ਚਾਹੁੰਦਾ ਹਿੰਦੁਸਤਾਨ ਦਾ। ਜਦੋਂ ਅਸੀਂ ਇਤਿਹਾਸ ਵਾਚਾਂਗੇ ਤਾਂ ਇੱਕ 9ਵੀਂ-10ਵੀਂ ਸਦੀ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਸੁਣੀ ਹੈ ਕਿ ਦੱਖਣ ਦੇ ਵਿੱਚ ਇੱਕ ਭਗਤੀ ਅੰਦੋਲਨ ਪੈਦਾ ਹੋਇਆ। ਦੱਖਣ ਤੋਂ ਸ਼ੁਰੂ ਹੋ ਕੇ ਪੂਰੇ ਦੇ ਪੂਰੇ ਉਹ ਭਗਤੀ ਅੰਦੋਲਨ, ਜਿਹਦੇ ਵਿੱਚੋਂ ਕਬੀਰ ਜੀ ਦਾ ਜ਼ਿਕਰ ਕੀਤਾ, ਮੇਰੇ ਤੋਂ ਪਹਿਲਾਂ ਹੀ ਬੁਲਾਰਿਆਂ ਨੇ ਭਗਤ ਰਵਿਦਾਸ ਜੀ ਦਾ ਜ਼ਿਕਰ ਕੀਤਾ, ਬਹੁਤ ਸਾਰੇ ਭਗਤਾਂ ਦੀ ਜਿਹੜੀ ਕਵਿਤਾ ਸੀਗੀ ਉਸ ਵੇਲੇ, ਉਸ ਮੂਵਮੈਂਟ ਦੇ ਵਿੱਚੋਂ ਉਹਨੂੰ ਅੰਦੋਲਨ ਕਿਹਾ ਗਿਆ, ਉਹਨੂੰ ਇੱਕ ਲਹਿਰ ਕਿਹਾ ਗਿਆ, ਭਗਤੀ ਦੀ ਲਹਿਰ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਲਹਿਰ ਸੀਗੀ ਉਹ ਕ੍ਰਾਂਤੀ ਕਿੱਥੇ ਬਣਦੀ ਹੈ? ਕ੍ਰਾਂਤੀ ਗੁਰੂ ਨਾਨਕ ਸਾਹਿਬ ਜਦੋਂ ਉਸ ਮੂਵਮੈਂਟ ਦੇ ਵਿੱਚ ਐਂਟਰ ਹੁੰਦੇ ਨੇ,
ਉਸ ਭਗਤੀ ਮੂਵਮੈਂਟ ਦੇ ਵਿੱਚ ਜਦੋਂ ਉਹ ਆਪਣੀ ਬਾਣੀ ਲੈ ਕੇ 4 ਉਦਾਸੀਆਂ ਕਰਦੇ ਨੇ ਤਾਂ ਉਹੀ ਭਗਤੀ ਮੂਵਮੈਂਟ ਇੱਕ ਕ੍ਰਾਂਤੀ ਦਾ ਰੋਲ, ਇੱਕ ਇਨਕਲਾਬ ਦਾ ਰੋਲ ਅਦਾ ਹੁੰਦਾ ਹੈ, ਉਹਦੇ ਵਿੱਚ ਅਦਾ ਕਰਦੀ ਹੈ। ਔਰ ਉਹ ਕਿਸ ਧਰਤੀ ਦੇ ਉੱਤੇ ਹੁੰਦਾ ਹੈ? ਉਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਉਹ ਜਿਹੜੀ ਹੈਗੀ ਸਿੱਖ ਇਨਕਲਾਬ ਦੇ ਤੌਰ ਤੇ ਉੱਭਰਦੀ ਹੈ। ਔਰ ਉਸੇ ਵਿੱਚੋਂ ਉਸੇ ਜੋ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ, ਇੱਕ ਫਿਲਾਸਫੀ ਸਾਨੂੰ ਦਿੱਤੀ ਸੀਗੀ, ਉਹਦੇ ਵਿੱਚੋਂ ਖਾਲਸਾ ਜਿਹੜਾ ਹੈਗਾ 1699 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਉਹ ਖਾਲਸਾ ਸਾਜਿਆ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਵੀ ਪਹਿਲਾਂ ਆਪਾਂ ਹੋਰ ਜਿਵੇਂ ਸਿਕੰਦਰ ਦੀ ਗੱਲ ਕੀਤੀ ਹੈ ਸਰ ਨੇ, ਸਿਕੰਦਰ ਦੇ ਨੂੰ ਚੈਲੰਜ ਦੇਣ ਵਾਲਾ ਕੌਣ ਸੀਗਾ? ਪੋਰਸ ਸੀਗਾ। ਪੋਰਸ ਕੌਣ ਸੀਗਾ? ਪੰਜਾਬ ਦਾ ਜਿਹੜਾ ਸੀਗਾ ਰਾਜਾ ਸੀਗਾ। ਸੋ ਪੰਜਾਬੀਆਂ ਨੇ ਹਮੇਸ਼ਾ ਹੀ, ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਮੂਵਮੈਂਟ ਚੱਲੀਆਂ ਨੇ ਉਹਦੇ ਵਿੱਚ ਲੀਡ ਕੀਤਾ ਹੈ। ਜਦੋਂ ਅਸੀਂ ਅੰਗਰੇਜ਼ ਸਾਮਰਾਜ ਦੀ ਗੱਲ ਕਰਦੇ ਹਾਂ, ਔਰ ਅੰਗਰੇਜ਼ ਸਾਮਰਾਜ ਦੇ ਵਿੱਚ ਤੁਸੀਂ ਦੇਖੋਗੇ ਕਿ ਪਗੜੀ ਸੰਭਾਲ ਜੱਟਾਂ ਤੋਂ ਲੈ ਕੇ ਚਾਹੇ ਹੋਰ ਬਹੁਤ ਸਾਰੀਆਂ ਜਿਹੜੀਆਂ ਕੂਕਾ ਮੂਵਮੈਂਟ ਤੋਂ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਮੂਵਮੈਂਟ ਜਿਹਦੇ ਵਿੱਚ ਪੰਜਾਬੀਆਂ ਨੇ ਮੈਨੂੰ ਲੱਗਦਾ ਹੈ ਕਿ ਬੇਇੰਤਹਾ ਕੁਰਬਾਨੀਆਂ ਦਿੱਤੀਆਂ ਨੇ, ਔਰ ਉਸ ਮੂਵਮੈਂਟ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਹੋਏ ਨੇ। ਸੋ ਉਸ ਇਤਿਹਾਸ ਨੂੰ ਸਾਨੂੰ ਜਦੋਂ ਭੁੱਲਣਾ ਨਹੀਂ ਚਾਹੀਦਾ। ਜੀ ਡਾਕਟਰ ਸਾਹਿਬ। ਥੈਂਕ ਯੂ ਡਾਕਟਰ ਸਾਹਿਬ। ਬਿਲਕੁਲ, ਜਿਹੜਾ ਜਿਸ ਤਰੀਕੇ ਨਾਲ ਖੇਤੀ ਅੰਦੋਲਨ ਉੱਠਿਆ ਹੈ ਉਹਦਾ ਬਹੁਤ ਵੱਡਾ ਪਿਛੋਕੜ ਹੈ, ਜਿਸ ਦਾ ਜ਼ਿਕਰ ਗੁਰਤੇਜ ਜੀ ਨੇ ਵੀ ਕੀਤਾ, ਡਾਕਟਰ ਭੀਮਿੰਦਰ ਨੇ ਵੀ ਕੀਤਾ। ਡਾਕਟਰ ਸੋਤਾ, ਤੁਸੀਂ ਇੰਤਜ਼ਾਰ ਕਰ ਰਹੇ ਸੀ ਇਸ ਮੁੱਦੇ ਉੱਤੇ। ਪੰਜਾਬ ਦੀ ਜੋ ਜ਼ਰਖੀਜ਼ ਜ਼ਮੀਨ ਹੈ, ਜਿਸ ਤਰੀਕੇ ਨਾਲ ਪੰਜਾਬ 'ਚੋਂ ਖੇਤੀ ਮੁੱਦਿਆਂ ਤੇ ਲੈ ਕੇ ਅੰਦੋਲਨ ਉੱਠਿਆ ਹੈ, ਇਸ ਅੰਦੋਲਨ ਦੀ ਇੱਕ ਵਜ੍ਹਾ ਹੈ, ਕਿਸੇ ਬਗੈਰ ਵਜ੍ਹਾ ਦੇ ਕੋਈ ਗੱਲ ਜਿਹੜੀ ਆਪਣੇ ਆਪ ਪੈਦਾ ਨਹੀਂ ਹੁੰਦੀ। ਤੁਸੀਂ ਕਿਵੇਂ ਦੇਖਦੇ ਹੋ ਕਿ ਕਿਉਂ ਐਡਾ ਵੱਡਾ ਹੰਗਾਰਾ ਪੰਜਾਬ 'ਚ ਮਿਲਿਆ? ਕੀ ਪੰਜਾਬੀ ਦਾ ਕਰੈਕਟਰ ਹੈ, ਸੁਭਾਅ ਹੈ, ਪਿਛੋਕੜ ਹੈ, ਸੱਭਿਆਚਾਰਕ, ਰਾਜਸੀ, ਬਹੁਤ ਸਾਰੇ ਮਾਮਲੇ ਜੁੜੇ ਇਹਦੇ ਨਾਲ। ਜੀ ਸਿੱਧੂ ਸਾਹਿਬ, ਤੁਹਾਡਾ ਜਿਹੜਾ ਕੁਐਸਚਨ, ਜਿਹੜਾ ਸਵਾਲ ਹੈ, ਬੜਾ ਬਾਖੂਬ ਆਪਣੇ ਆਪ 'ਚ ਇੱਕ ਜਵਾਬ ਹੈਗਾ। ਇਸ ਤਰ੍ਹਾਂ ਹੈ ਕਿ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ, ਉਹ ਅਸੀਂ ਸਾਰੇ ਜਾਣਦੇ ਹਾਂ ਕਿ ਇਹਦੀ ਬੇਸਿਕ ਨੀਡ ਕੀ ਸੀ, ਰਿਕੁਆਇਰਮੈਂਟ ਕੀ ਸੀ। ਉਹ ਦੇਖੋ, ਬੜੀਆਂ ਦੇਰ ਤੋਂ ਜਿਹੜੇ ਦੱਬੇ ਕੁਚਲੇ ਜਿਹੜੇ ਕਿਸਾਨ ਸੀਗੇ, ਉਹ ਬੜੇ ਹੀ ਕਹਿ ਲਓ ਵੀ ਉਹ ਵਕਤ ਦੇ ਮਾਰੇ ਹੋਏ ਸੀਗੇ। ਨਾ ਉਹਨਾਂ ਨੂੰ ਆਪਣੀ ਜਿਣਸ ਦਾ ਭਾਅ ਮਿਲਦਾ ਸੀ, ਨਾ ਉਸ ਨੂੰ ਬਣਦਾ ਸਥਾਨ ਮਿਲਦਾ ਸੀ। ਜੇ ਆਪਾਂ ਇਹ ਕਹਿ ਲਈਏ ਕਿ ਇਹ ਇੱਕ ਉਸ ਕਿਸਾਨ ਨੂੰ ਇੱਕ ਬਣਦਾ ਸਥਾਨ ਦਿਵਾਉਣ ਦੀ ਇੱਕ ਕ੍ਰਾਂਤੀ ਹੈਗੀ ਹੈ, ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਕਹਿੰਦੇ ਨੇ ਕਿ 12 ਸਾਲੀ ਦਾ ਰੱਬ ਰੂੜੀ ਦੀ ਵੀ ਸੁਣ ਲੈਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਹਾਲਾਤ ਇੱਕਦਮ 'ਚ ਪੈਦਾ ਨਹੀਂ ਹੋਏ, ਇਹ ਸਾਲੋਂ ਸਾਲ ਜਿਹੜੀਆਂ ਵਕਤੀ ਹਕੂਮਤਾਂ ਸੀਗੀਆਂ, ਉਹਨਾਂ ਨੇ ਆਪਣੀ ਮਨਮਾਨੀਆਂ ਕਰਕੇ ਜਿਸ ਤਰ੍ਹਾਂ ਸਮਾਜ ਨੂੰ ਉਸ ਕਿਨਾਰੇ ਤੇ ਲਿਆ ਕੇ ਖੜਾ ਕਰ ਦਿੱਤਾ, ਅੰਨਦਾਤਾ ਨੂੰ ਉਸ ਸਥਾਨ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਉਹ ਮਜਬੂਰ ਹੋ ਗਿਆ। ਤਾਂ ਆਪਾਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਖੁਦਕਸ਼ੀਆਂ ਕਰਦੇ ਨੇ, ਆਪਣੇ ਆਪ ਨੂੰ ਖਤਮ ਕਰਦੇ ਨੇ, ਆਪਣੇ ਆਪ ਤੇ ਜਿਹੜੇ ਉਹਨਾਂ ਦੇ ਭਾਰ ਥੱਲੇ ਦੱਬੇ ਹੋਏ, ਜਿਸ ਤਰ੍ਹਾਂ ਉਹਨਾਂ ਨੂੰ ਲੋਨ ਵਗੈਰਾ ਚੁੱਕ ਕੇ ਕੰਮ ਕਰਨੇ ਪੈਂਦੇ ਨੇ। ਮੈਂ ਥੋੜਾ ਸਿੱਧੂ ਸਾਹਿਬ ਦੇ ਪਿਛੋਕੜ ਜਾਣਾ ਚਾਹੂੰਗੀ ਆਪਣੇ ਸਵਾਲ ਦੇ ਕਿ 1947 ਦੀ ਜਦੋਂ ਵੰਡ ਹੋਈ, ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਤਾਂ ਉਹ ਕਿਸੇ ਕੀ ਕਹਿੰਦੇ ਨੇ ਕਿ ਉਹ ਕਿਸੇ ਇੱਕ ਹਿੰਦੂ ਸਿੱਖ ਪ੍ਰਾਂਤ ਨੇ ਨਹੀਂ ਲੜੀ, ਉਹ ਇੱਕ ਇਨਸਾਨੀਅਤ ਦੀ ਲੜਾਈ ਸੀ। ਉਹਨਾਂ ਨੇ ਮੁਲਕ ਆਜ਼ਾਦ ਕਰਾਇਆ, ਆਪਣਾ ਉਹਨਾਂ ਨੇ ਕੁਰਬਾਨ ਕੀਤਾ, ਸੁੱਖ ਆਰਾਮ ਜਵਾਲੀਆਂ ਕੁਰਬਾਨ ਕੀਤੀਆਂ। ਉਹਨਾਂ ਨੇ ਇੱਕ ਦੇਸ਼ ਭਗਤੀ ਲਹਿਰ ਚਲਾ ਕੇ ਆਪਣੇ ਮੁਲਕ ਨੂੰ ਬ੍ਰਿਟਿਸ਼ ਤੋਂ ਆਜ਼ਾਦ ਕਰਾਇਆ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਕੁਝ ਅਜਿਹੀਆਂ ਤਾਕਤਾਂ ਨੇ ਜਿਨ੍ਹਾਂ ਦਾ ਅਨਫੋਰਚੂਨੇਟਲੀ ਆਪਣਾ ਮਫਾਦ ਸੀ ਪਰਸਨਲ, ਉਹਨਾਂ ਨੇ ਫਿਰਕੇ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਦੇਸ਼ ਦੀ ਵੰਡ ਕਰਾਤੀ। ਤੇ ਉਸ ਤੋਂ ਬਾਅਦ ਕੀ ਹੋਇਆ ਉਹ ਬਹੁਤ ਲੰਬਾ ਵਿਸ਼ਾ ਹੈ, ਉਸ ਨੂੰ ਟੱਚ ਨਹੀਂ ਕਰਦੀ। ਸੋ ਇਸੇ ਤਰ੍ਹਾਂ ਹੀ ਜਦੋਂ ਦੇਸ਼ ਆਜ਼ਾਦ ਹੋ ਗਿਆ, ਸਾਡਾ ਭਾਰਤ ਗਣਤੰਤਰ ਬਣ ਗਿਆ, ਆਪਣਾ ਸੰਵਿਧਾਨ ਬਣ ਗਿਆ, ਸੰਵਿਧਾਨ ਦੀ ਸਹੁੰ ਚੱਕ ਕੇ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ, ਉਹਨਾਂ ਨੇ ਫਿਰ ਉਹਨਾਂ ਲੀਹਾਂ ਤੇ ਹੀ ਲੋਕਾਂ ਨੂੰ ਵੰਡ ਕੇ ਜਾਤ, ਧਰਮ, ਫਿਰਕੇ ਦੇ, ਪ੍ਰਾਂਤ ਦੇ ਆਧਾਰ ਤੇ ਆਪਣੀ ਕੁਰਸੀ ਕਾਇਮ ਕਰਨ ਦੇ ਵਾਸਤੇ ਲੋਕਾਂ ਨੂੰ ਵੰਡਿਆ। ਸੋ ਜਿਹੜੀ ਇਹ ਕ੍ਰਾਂਤੀ ਹੋਈ ਹੈ ਸਿੱਧੂ ਸਾਹਿਬ, ਕੀ ਕੁਦਰਤ ਦਾ ਕ੍ਰਿਸ਼ਮਾ ਭਾਣਾ ਵਰਤਿਆ ਕਿ ਇਸ ਦੇ ਨਾਲ ਭਾਈਚਾਰਕ ਸਾਂਝ, ਊਚ ਨੀਚ, ਭੇਦ ਭਾਵ, ਧਰਮ ਜਾਤ ਖਤਮ ਹੋ ਗਿਆ। ਇਹ ਕਿਸੇ ਨੇ ਪ੍ਰੇਰਿਆ ਨਹੀਂ, ਇਹ ਆਪਣੇ ਆਪ ਇਨਸਾਨ ਨੇ ਆਪਣੇ ਅੰਦਰੋਂ, ਕਿਉਂਕਿ ਇੰਨੇ ਸਮੇਂ ਤੋਂ ਬਾਅਦ ਕਹਿੰਦੇ ਨੇ ਜੇ ਕਿਸੇ ਚੀਜ਼ ਨੂੰ ਦੱਬਿਆ ਜਾਵੇ, ਇਹ ਸਾਇੰਟੀਫਿਕ ਪ੍ਰਿੰਸੀਪਲ ਹੈਗਾ,
ਓਨਾ ਹੀ ਉਹ ਜ਼ਿਆਦਾ ਉਛਲਦਾ ਹੈਗਾ। ਸੋ ਸਮੇਂ-ਸਮੇਂ ਤੇ ਜਿਸ ਤਰ੍ਹਾਂ ਐਡਾ ਲੰਬਾ ਸਮਾਂ 72-73 ਸਾਲ ਜਿਹੜਾ ਬੇਇਨਸਾਫੀ ਹੋਈ, ਜੋ ਕਿਹਾ ਉਹ ਕੀਤਾ ਨਹੀਂ, ਜੋ ਵਾਅਦੇ ਕੀਤੇ ਉਹ ਕਾਗਜ਼ਾਂ ਵਿੱਚ ਹੀ ਰਹਿ ਗਏ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਨੈਟ ਰਿਜ਼ਲਟ ਜਿਹੜਾ ਹੋਇਆ, ਨਟਸ਼ੈਲ ਕੀ ਹੋਇਆ ਕਿ ਇਹ ਕ੍ਰਾਂਤੀ ਉੱਠੀ। ਇਹ ਕ੍ਰਾਂਤੀ ਅੱਜ ਕਿਸਾਨ ਕ੍ਰਾਂਤੀ ਨਾ ਰਹਿ ਕੇ ਮਾਨਵਤਾ ਦੀ ਜਨ ਦਾ ਅੰਦੋਲਨ ਬਣ ਗਿਆ, ਜਿੱਥੇ ਇਨਸਾਨ ਕਹਿੰਦਾ ਹੈਗਾ, ਕੋਈ ਨਹੀਂ ਕਹਿੰਦਾ ਕਿ ਇਹ ਊਚ ਨੀਚ ਹੈ, ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ। ਉਹ ਕਹਿੰਦੇ ਨੇ ਕਿ ਇਹਨਾਂ ਨੇ ਸਾਨੂੰ ਬਹੁਤ ਬੇਵਕੂਫ ਬਣਾ ਲਿਆ, ਕਦੇ ਹੱਦਾਂ ਦੇ ਨਾਂ ਤੇ, ਕਦੇ ਭਾਸ਼ਾ ਦੇ ਨਾਂ ਤੇ, ਕਦੇ ਪਾਣੀਆਂ ਦੇ ਨਾਂ ਤੇ, ਵਗੈਰਾ ਵਗੈਰਾ। ਹੁਣ ਅਸੀਂ ਆਪਣੇ ਹੱਕ ਲੈਣ ਲਈ ਸક્ષਮ ਹਾਂ। ਹੁਣ ਸਰਕਾਰ ਇਸ ਕੁੜਕੀ 'ਚ ਹੈ, ਹੰਕਾਰ ਦੀ ਕੁੜਕੀ ਦੇ ਵਿੱਚ, कि असी पीछे नहीं हट सकते। जो हमने किया वो किया, हमने जो कहा वो कहा। लेकिन मैं तुहानूं दस दिंदी हां कि ये जिहड़ी धरती है गुरु पीरां दी वरसोई धरती है, सभे सांझी वाल सदायन, कोई ना दिसे बाहरा जियो। दूसरा गुरु साहब कहंदे ने जदों एक पढ़िया लिखिया जिहड़ा हैगा उस ओही बन जाए हित च ना रवे, तां जिहड़ा अनपढ़ है ओमी साधना मारिए, जिहड़ा पढ़िया होवे गुनेगार तां ओमी साधना मारिए। जिहड़ा एक पढ़िया लिखिया बुद्धिजीवी है वो भी इस चीज़ ते बोलण नूं तैयार नहीं। जिहड़े पब्लिक दी फंड दे विचों ऑफिसर बने वो पब्लिक सर्वेंट नहीं कहाउंदे, गौरमेंट सर्वेंट कहाउंदे ने। वो कहंदे ने असीं नहीं बोलना, सरकार दे नौकर हाँ, जबकि वो सरकार दे नौकर नहीं। पब्लिक वैलफेयर वास्ते पब्लिक फंड विचों उन्हां नूं तनखाहां दित्तियां जांदियां ने, सारी फैसिलिटीज दित्तियां जांदियां ने। सो इस वेले जिहड़ा बुद्धिजीवी है उस नूं आवाज़ उठाउण दी जरूरत है। उसकी पढ़ाई तद ही काम आएगी अगर उस अंदोलन विच वध चढ़ के खड़ा होएगा, सच नूं सच कहेगा। सिद्धू साहब धन्नवाद, मेहरबानी, थैंक यू वेरी मच। हुण आपां लैणे एक छोटी जी ब्रेक तो बाद इसे मुद्दे ते आ रहे हैं वापस कि आखिर पंजाब की जिहड़ी जरखेज जमीन है ਉਹਦੇ ਚੋਂ क्यों मिलिया एडा वड्डा हंगारा। ਉਹਦੇ इतिहासिक, समाजिक ते धार्मिक बहुत वड्डे कारण है। इन्हां मुद्दों ते करांगे चर्चा छोटी जी ब्रेक के बाद। नजरिए दी डिबेट दर्शकों का मुड़ एक बार स्वागत। गतेजी ब्रेक तो पहला जिस तरीके नाल डॉक्टर सोता कह रहे सी कि मानवता की जिहड़ी लड़ाई लड़ी जा रही है, मानवता का संदेश जिस लड़ाई दे विच दिता जा रहा है, उस लड़ाई नूं क्यों बदनाम किया गया, वख-वख ना दे के, कदे देश विरोधी, कदे देशद्रोही, कदे खालिस्तानी, कदे नक्सली। आखिरकार इस लड़ाई नूं क्यों जिहड़ा है गलत रंग नाल लबेड़न दा यतन किया जा रहा है केंद्र की सरकार वालों। जगतार जी, तुसी तो बहुत इस दे विषय के उत्ते डिस्कशन करवा चुके हो। ते मसला ये हैगा कि केंद्र अपनी गलती सुधारना नहीं चाहता और जो दुनिया के उत्ते रौं चली है इहो जे कानून बनाउण तो बाद वो बड़ी खतरनाक रौं है। अमरीका दे विच लोग सुइसाइड कर रहे हैं, फार्मर्स जर्मनी दे विच डिस्टर्बड हन। हुण देखो तुसीं जर्मनी दी जो भी उत्थे राज सभा लोक सभा वगैरह है, पार्लीमेंट तक प्रोसैशन गया ट्रैक्टर्स का, जिहदे विच जर्मन लोग भी शामिल होए, दूसरे अपने तो होना ही सी। इस तरह ही कैलीफोर्निया दे विच पूरी सपोर्ट आई है। इस सारी दुनिया के लोग इस जिहड़े कॉरपोरेट नूं जमीनां दे रहे हैं इस तो तंग आनगे और वो चाहुंदे ने कि ये कानून किते भी लागू ना होवे। साडे हुण उन्हां लोकां नूं इन्नी चंगी तरह नाल पता नहीं लग सकिया जदों कानून बन रहे सी ते जदों लागू किए जा रहे सी। उन्हां नूं भी इस तरह के झांसे दिते गए होणगे कि तुहाडीआं कीमतां वध जाणगीआं, ये होएगा। लेकिन सारिआं नूं पता है कि जे वधन गियां तां जिहड़ा उन्हां नूं लैके अन्न नूं, अनाज नूं अपनी तिजोरी दे विच पाएगा, जिस तरह टकैत साहब कह रहे हैं, उस दियां वधन गियां। जिमींदार नूं अपनी मर्जी दे नाल ओ पैदावार दे पैसे देगा ते जिहड़े दूसरे हनगे जिन्हां ने खरीदना उहदे कोलों उन्हां नूं अपनी मर्जी दे नाल कीमत उसकी फिक्स करेगा, जिसका नतीजा ये होएगा जिवें हुण दवाइयां दा हो रहा है। इत्थे कुछ गुरु नानक साहब दे नां दे उत्ते लंगर लगे सन दवाइयां दे,
ਤੇ ਉਹਨਾਂ ਨੇ ਅਸਲੀ ਕੀਮਤ ਦੇ ਉੱਤੇ ਦਵਾਈਆਂ ਵੇਚਣੀਆਂ ਸ਼ੁਰੂ ਕੀਤੀਆਂ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੀ 15 ਰੁਪਏ ਦੀ ਦਵਾਈ ਹੈ ਉਹ 900 ਰੁਪਏ ਤੱਕ ਵੇਚੀ ਜਾਂਦੀ ਹੈ, ਫਲਾਨੀ ਦਵਾਈ ਇੰਨੇ ਘੱਟ ਪੈਸੇ ਦੀ ਹੈ ਔਰ 50 ਗੁਣਾ ਰੇਟ ਦੇ ਉੱਤੇ ਵੇਚੀ ਜਾਂਦੀ ਹੈ। ਸੋ ਇਹ ਸਾਰਾ ਐਕਸਪਲੋਇਟੇਸ਼ਨ ਜਿਹੜਾ ਹੈ ਲੋਕਾਂ ਦਾ ਹੋ ਰਿਹਾ ਹੈ ਔਰ ਇਸ ਨੂੰ ਪੰਜਾਬ ਦੇ ਲੋਕਾਂ ਨੇ ਬੜੀ ਅੱਛੀ ਤਰ੍ਹਾਂ ਨਾਲ ਸਮਝ ਲਿਆ ਹੈ ਤੇ ਇਹ ਜਿਹੜੇ ਲੋਕ ਹਨਗੇ ਇਹ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਐਕਸਪਲੋਇਟੇਸ਼ਨ ਲੋਕਾਂ ਦਾ ਹੋਵੇ। ਸਾਰਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਆਰਥਿਕ ਤੌਰ ਦੇ ਉੱਤੇ ਵੀ ਉਹਨਾਂ ਨੂੰ ਆਪਣੇ ਹੱਕ ਹੋਣੇ ਚਾਹੀਦੇ ਹੈ। ਹੁਣ ਸਵਾਲ ਜਿਹੜਾ ਹੈਗਾ ਕੇਨੀਆ ਦੇ ਵਿੱਚ ਜੀ ਸਰ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ, ਫਿਰ ਮੈਂ ਇੱਕ ਸਵਾਲ ਛੋਟਾ ਜਿਹਾ ਲੈਣਾ ਹੈ ਜੀ, ਪਲੀਜ਼ ਪਹਿਲਾਂ ਆਪਣੀ ਗੱਲ ਮੁਕੰਮਲ। ਹਾਂਜੀ ਇੱਕ ਮਿੰਟ। ਕੇਨੀਆ ਦੇ ਵਿੱਚ ਜਦੋਂ ਆਜ਼ਾਦੀ ਦੀ ਲੜਾਈ ਚੱਲੀ ਤਾਂ ਉੱਥੇ ਉਹਨਾਂ ਦੀ ਬੋਲੀ ਦੇ ਵਿੱਚ ਮੰਗੂ ਪਰਮਾਤਮਾ ਨੂੰ ਕਹਿੰਦੇ ਆ, ਭਗਵਾਨ ਨੂੰ, ਰੱਬ ਨੂੰ ਕਹਿੰਦੇ ਆ। ਤਾਂ ਉੱਥੇ ਮੰਗੂ ਆਪਣੇ ਮੱਖਣ ਸਿੰਘ ਇੱਕ ਆਦਮੀ ਹੈ ਜਿਸਨੇ ਜਾ ਕੇ ਉੱਥੇ ਉਹਨਾਂ ਨੂੰ ਲੋਕਾਂ ਨੂੰ ਆਰਗੇਨਾਈਜ਼ ਕੀਤਾ ਤੇ ਅੰਗਰੇਜ਼ੀ ਸਾਮਰਾਜ ਦੇ ਬਰਖਲਾਫ ਲੜਾਈ ਲੜੀ। ਬਰਤਾਨੀਆ ਦੇ ਵਿੱਚ ਜਿਸ ਵੇਲੇ ਲਹਿਰ ਚੱਲੀ ਇਸ ਦੀ ਇੱਕ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਹੈ ਤਾਂ ਦਲੀਪ ਸਿੰਘ ਦੀ ਲੜਕੀ ਰਣਜੀਤ ਸਿੰਘ ਦੀ ਪੋਤਰੀ ਉਸ ਲਹਿਰ ਦੀ ਲੀਡਰ ਬਣੀ, ਸੋਫੀਆ ਦਲੀਪ ਸਿੰਘ। ਜੇ ਤੁਸੀਂ ਦੇਖੋ ਕੈਨੇਡਾ ਦਾ ਜਿਹੜਾ ਕਾਨੂੰਨ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਰੇਸ਼ੀਅਲ ਕਾਨੂੰਨ ਸੀ ਜਿਸ ਦੇ ਵਿੱਚ ਉਹਨਾਂ ਨੇ ਕਈ ਲੋਕਾਂ ਦੇ ਬਰਖਲਾਫ ਵਿਤਕਰਾ ਕੀਤਾ ਸੀ ਤਾਂ ਉਸ ਨੂੰ ਚੈਲੰਜ ਕੀਤਾ। ਆਪਣੇ ਮੇਵਾ ਸਿੰਘ ਉੱਥੇ ਪਹਿਲੇ ਸ਼ਹੀਦ ਹੋਏ ਤੇ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਾਲਿਆਂ ਨੇ ਸਾਰਿਆਂ ਨੇ ਮਿਲ ਕੇ ਉਸ ਨੂੰ ਚੈਲੰਜ ਕੀਤਾ। ਅਮਰੀਕਾ ਦੇ ਵਿੱਚ ਲੜਾਈ ਇਸ ਤਰ੍ਹਾਂ ਦੇ ਰੇਸ਼ੀਅਲ ਕਾਨੂੰਨ ਆਏ ਤਾਂ ਉੱਥੇ ਵੀ ਸਿੱਖਾਂ ਨੇ ਸਭ ਤੋਂ ਪਹਿਲਾਂ ਅਪੋਜ਼ ਕੀਤਾ। ਸੋ ਇਹ ਸਿੱਖੀ ਦੀ ਫਿਤਰਤ ਹੈ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਅਸੀਂ ਜਿਹੜੇ ਵੀ ਅਨਿਆਂ ਹੋ ਰਿਹਾ, ਧੱਕਾ ਹੋ ਰਿਹਾ, ਸਾਰੀ ਦੁਨੀਆ ਦੇ ਨਾਲ ਹੋ ਰਿਹਾ, ਚਾਹੇ ਕਿਸੇ ਅਸੀਂ ਇੱਕ ਹੋਈਏ ਚਾਹੇ ਦੋ ਹੋਈਏ। ਬੋਤਾ ਸਿੰਘ ਗਰਜਾ ਸਿੰਘ ਦੋ ਹੀ ਸਨ ਤੇ ਉਹਨਾਂ ਨੇ ਚੈਲੰਜ ਕੀਤਾ। ਉਸ ਨੂੰ ਚੈਲੰਜ ਕਰਨਾ ਬਣਦਾ ਹੈ ਕਿਉਂਕਿ ਸਾਡਾ ਤਾਂ ਧਰਮ ਹੈ ਇਹ ਕਿ ਸੂਰਾ ਸੋ ਪਹਿਚਾਨੀਏ ਲੜੇ ਦੀਨ ਕੇ ਹੇਤ। ਉਹਨਾਂ ਨੇ ਲੋਕਾਂ ਦੇ ਸਰੋਕਾਰਾਂ ਵਾਸਤੇ ਲੜਨਾ ਹੈ, ਇਹ ਖਾਲਸੇ ਦੀ ਟ੍ਰੇਨਿੰਗ ਹੈ ਤੇ ਇਸ ਵਾਸਤੇ ਇਹਨਾਂ ਦਾ ਲੜਨਾ ਬਣਦਾ ਹੈ। ਥੈਂਕ ਯੂ ਸਰ, ਬਿਲਕੁਲ ਮਿਹਰਬਾਨੀ। ਡਾਕਟਰ ਭੀਮੇਂਦਰ, ਜਿੱਦਾਂ ਗੁਰਤੇਜ ਜੀ ਨੇ ਕਿਹਾ ਕਿ ਪੰਜਾਬੀ ਸਿੱਖ ਭਾਈਚਾਰੇ ਦਾ ਸੁਭਾਅ ਹੈ ਕਿ ਜ਼ਾਤੀ ਗਲਤ ਕਦਰਾਂ ਕੀਮਤਾਂ ਦੇ ਖਿਲਾਫ ਲੜਨਾ ਹੀ ਲੜਨਾ ਹੈ। ਜਦੋਂ ਪੰਜਾਬ ਦੇ ਮੁੱਦੇ ਤੇ ਉੱਠਿਆ, ਜਿੱਦਾਂ ਡਾਕਟਰ ਸੋਤਾ ਨੇ ਵੀ ਕਿਹਾ ਕਿ ਉਹ ਮਾਨਵਤਾ ਦੇ ਆਧਾਰ ਦੇ ਉੱਤੇ ਲੜਾਈ ਲੜ ਰਿਹਾ ਹੈ, ਤਾਂ ਫਿਰ ਕਿਉਂ ਜਿਹੜਾ ਹੈਗਾ ਇਸ ਅੰਦੋਲਨ ਨੂੰ ਭੰਨਣ ਦੇ ਲਈ ਕੇਂਦਰ ਗਲਤ ਕਦਰਾਂ ਕੀਮਤਾਂ, ਦੇਸ਼ ਧਰੋਹੀ ਤੇ ਇਦਾਂ ਦੇ ਜਿਹੜੇ ਇਲਜ਼ਾਮ ਲਾ ਕੇ ਬਦਨਾਮ ਕਰਨ ਦੀ ਇੱਕ ਮੁਹਿੰਮ ਚਲਾ ਰਿਹਾ, ਬਾਵਜੂਦ ਇਸ ਦੇ ਕਿ ਜਦੋਂ ਕਿ ਇਸ ਅੰਦੋਲਨ 'ਚ ਇਦਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਜੀ। ਸਿੱਧੂ ਸਾਹਿਬ ਦੇਖੋ, ਜਦੋਂ ਅਸੀਂ ਇਹਨਾਂ ਅੰਦੋਲਨਾਂ ਦਾ ਜਾਂ ਇਹਨਾਂ ਦੀ ਮੂਵਮੈਂਟ ਦਾ ਇਤਿਹਾਸ ਦੇਖਦੇ ਹਾਂ, ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਗੁਰਤੇਜ ਸਿੰਘ ਜੀ ਕਹਿ ਰਹੇ ਸੀਗੇ, ਮੈਨੂੰ ਗੁਰੂ ਨਾਨਕ ਸਾਹਿਬ ਦੀ ਇੱਕ ਬੜੀ ਖੂਬਸੂਰਤ ਸਤਰ, ਬਹੁਤ ਕਮਾਲ ਦੀ ਸਤਰ ਹੈ ਉਹਨਾਂ ਦੀ ਇਸੇ ਸੰਬੰਧ ਦੇ ਵਿੱਚ। ਉਹਨਾਂ ਨੇ ਲਿਖਿਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਜਿਹੜੀ ਇੱਕ ਪਰੰਪਰਾ ਸਾਨੂੰ ਦਿੱਤੀ ਹੈ ਔਰ ਉਸ ਨੂੰ ਅੱਗੇ ਚੱਲ ਕੇ ਪੰਜਾਬੀਆਂ ਨੇ ਉਹਦੇ ਉੱਤੇ ਪੂਰਾ ਪਹਿਰਾ ਦਿੱਤਾ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਅੰਦੋਲਨਕਾਰੀਆਂ ਦੇ ਵਿਰੋਧ 'ਚ ਖੜੀਆਂ ਹੁੰਦੀਆਂ ਨੇ। ਚਾਹੇ ਗੁਰੂ ਨਾਨਕ ਸਾਹਿਬ ਨੂੰ, ਆਪਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ 'ਚ ਜਾਣਾ ਪਿਆ ਔਰ ਗੁਰੂ ਗੋਬਿੰਦ ਸਿੰਘ ਜੀ ਤੱਕ ਆਉਂਦਿਆਂ ਆਪਾਂ ਨੂੰ ਪੂਰਾ ਪਤਾ ਹੈ ਕਿ ਸਾਡੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਫਿਰ 9ਵੇਂ ਪਾਤਸ਼ਾਹ ਨੂੰ ਅਸੀਂ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਦਾ ਅਸੀਂ 400 ਜਿਹੜਾ ਹੈਗਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਆਪਣੇ ਸਾਥੀਆਂ ਦੇ ਨਾਲ। ਇਸੇ ਤਰ੍ਹਾਂ ਦੀ ਇੱਕ ਪਰੰਪਰਾ ਰਹੀ ਹੈ। ਜਿੰਨੇ ਵੀ ਲੋਕ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ ਜਾਂ ਆਪਣੇ ਹੱਕਾਂ ਦੇ ਲਈ ਲੜਦੇ ਆ, ਇਹ ਹਕੂਮਤਾਂ ਉਹਨਾਂ ਨੂੰ ਦਬਾਉਂਦੀਆਂ ਨੇ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇੱਥੋਂ ਤੱਕ ਕਿ ਜਦੋਂ ਅਸੀਂ ਜਿਹੜੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਦੇਖਦੇ ਹਾਂ, ਪੰਜਾਬ ਦੇ ਬਹੁਤ ਵੱਡੇ ਸੂਰਬੀਰ ਇਨਕਲਾਬੀ ਹੋਏ ਨੇ, ਉਹਨਾਂ ਨੂੰ ਅੱਜ ਤੱਕ ਜਿਹੜੀ ਹਕੂਮਤ ਹੈ ਉਹਨਾਂ ਨੂੰ ਇਨਕਲਾਬੀ ਕਹਿਣ ਲਈ ਰਾਜ਼ੀ ਨਹੀਂ ਹੈ, ਉਹਨਾਂ ਨੂੰ ਦੇਸ਼ ਭਗਤ ਮੰਨਣ ਲਈ ਰਾਜ਼ੀ ਨਹੀਂ ਹੈ। ਉਹਨਾਂ ਨੂੰ ਅੱਜ ਤੱਕ ਅੱਤਵਾਦੀ ਕਿਹਾ ਗਿਆ, ਉਹਨਾਂ ਨੂੰ ਇਹ ਕਿਹਾ ਗਿਆ ਕਿ ਤਾਂ ਅਨਾਰਕਿਸਟ ਹੈ। ਸੋ ਉਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲ ਰਹੀਆਂ ਨੇ।
ਇਸ ਅੰਦੋਲਨ ਨੂੰ ਵੀ ਜਾਣਬੁੱਝ ਕੇ, ਜਿਵੇਂ ਤੁਸੀਂ ਕਿਹਾ ਸੀਗਾ, ਕਦੇ ਨਕਸਲਾਈਟ, ਕਦੇ ਖਾਲਿਸਤਾਨੀ, ਯਾਨੀ ਕਿ ਇਹਨੂੰ ਰਾਹ ਤੋਂ ਭਟਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਕੁਚਾਲਾਂ ਸੀਗੀਆਂ, ਜਿਹੜੇ ਉਹਨਾਂ ਦੇ ਚੱਕਰਵਿਊਹ ਸੀ, ਉਹਨਾਂ 'ਚ ਪੰਜਾਬੀ ਜਾਂ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਨਹੀਂ ਫਸਿਆ, ਔਰ ਉਹ ਕਚਾਲਾਂ ਨੂੰ, ਉਹਨਾਂ ਨੂੰ ਪਰਦਾਫਾਸ਼ ਕੀਤਾ ਉਹਨੇ। ਔਰ ਇਹ ਅੰਦੋਲਨ ਜਿਹੜਾ ਹੈਗਾ ਲੋਕਾਂ ਦਾ ਅੰਦੋਲਨ ਬਣ ਕੇ ਅੱਜ ਪੂਰੇ ਮੈਨੂੰ ਲੱਗਦਾ ਕਿ ਹਿੰਦੁਸਤਾਨ 'ਚ ਨਹੀਂ, ਪੂਰੇ ਵਿਸ਼ਵ ਦੇ ਵਿੱਚ ਫੈਲ ਰਿਹਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਗਜ਼ਾਮਪਲ ਦੇ ਤੌਰ ਤੇ ਸੈੱਟ ਹੋਏਗਾ ਕਿ ਜੇ ਤੁਸੀਂ ਸਰਕਾਰਾਂ ਦੇ ਖਿਲਾਫ ਲੜਨਾ ਸਿੱਖਣਾ ਹੈ ਤਾਂ ਤੁਸੀਂ ਪੰਜਾਬੀਆਂ ਤੋਂ ਸਿੱਖੋ, ਹਿੰਦੁਸਤਾਨੀਆਂ ਦੇ ਕਿਸਾਨਾਂ ਤੋਂ ਸਿੱਖੋ। ਸੋ ਇੱਕ ਐਗਜ਼ਾਮਪਲ ਜਿਹੜਾ ਹੈਗਾ ਬਣ ਜਾ ਰਿਹਾ ਹੈ ਇਹ ਅੰਦੋਲਨ। ਬਹੁਤ ਖੂਬ ਡਾਕਟਰ ਸਹੋਤਾ, ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਤਾਂ ਕਿਧਰੇ ਮੈਂ ਤੁਹਾਡੇ ਕੋਲੋਂ ਸਵਾਲ ਜਿਹੜਾ ਪੰਜਾਬ ਦੀਆਂ ਰਾਜਸੀ ਧਿਰਾਂ ਉਹਨਾਂ ਬਾਰੇ ਵੀ ਲੈਣਾ ਚਾਹਾਂਗਾ। ਸਮੇਂ-ਸਮੇਂ ਪੰਜਾਬ ਦੀਆਂ ਰਾਜਸੀ ਧਿਰਾਂ ਗੱਲ ਪੰਜਾਬ ਦੀਆਂ ਕਰਦੀਆਂ ਰਹੀਆਂ, ਚਾਹੇ ਧਾਰਮਿਕ ਗੱਲ ਕਰ ਲਈਏ, ਚਾਹੇ ਆਰਥਿਕ ਖੇਤਰ ਦੀ ਗੱਲ ਕਰ ਦਈਏ, ਪਰ ਉਹਦੇ ਪਿਛੋਕੜ ਦੇ ਵਿੱਚ ਹਮੇਸ਼ਾ ਹੀ ਜਿਹੜੀ ਸੱਤਾ ਦੀ ਲਾਲਸਾ ਪਿੱਛੇ ਪੰਜਾਬ ਦੇ ਹਿੱਤ ਵੀ ਵੇਚਦੀਆਂ ਰਹੀਆਂ ਇਹ ਰਾਜਸੀ ਧਿਰਾਂ। ਜੀ ਕਿਵੇਂ ਦੇਖੋ ਇਸ ਮੁੱਦੇ ਤੇ? ਦੇਖੋ, ਬੜਾ ਦੁਰਸਤ ਤੁਸੀਂ ਕਿਹਾ ਕਿ ਜਿਵੇਂ ਕਹਿੰਦੇ ਨੇ ਕਿ ਲੋਲੀਪੌਪ ਦਿਖਾ ਕੇ ਤਾਂ ਤੇਰੇ ਵਾਸਤੇ ਮੈਂ ਲਿਆ ਹੈਗਾ ਤੇ ਦਿਖਾ ਕੇ ਖਾ ਆਪ ਹੀ ਲੈਣਾ। ਤੇ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੈਗਾ ਸਿਆਸੀ ਧਿਰਾਂ ਬੇਵਕੂਫ ਬਣਾਉਂਦੀਆਂ ਰਹੀਆਂ ਨੇ ਇਸ ਗਰਭ ਦੇ ਨੀਚੇ ਕਿ ਅਸੀਂ ਤਾਂ ਤੁਹਾਡੇ ਵਾਸਤੇ ਲੜਾਈ ਲੜਦੇ ਹਾਂ। ਪਰ ਦੇਖੋ ਹੁਣ ਜਿਹੜਾ ਇਸ ਵੇਲੇ ਜਿਹੜੀ ਕ੍ਰਾਂਤੀ ਜਿਹਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਸਿੱਧੂ ਸਾਹਿਬ, ਉੱਥੇ ਇੱਕ ਅਨਰਿਟਨ ਡਿਸਿਪਲਿਨ ਚੱਲ ਰਿਹਾ ਹੈਗਾ, ਜਿੱਥੇ ਕਿ ਬਿਲਕੁਲ ਤਰਤੀਬਵਾਰ, ਸ਼ਾਂਤਮਈ ਅਨੁਸ਼ਾਸਨ ਦੇ ਵਿੱਚ ਰਹਿ ਕੇ ਹਰ ਇਸਤਰੀ, ਪੁਰਸ਼, ਬੱਚਾ, ਬੁੱਢਾ, ਜਵਾਨ ਉਸ ਅੰਦੋਲਨ ਨੂੰ ਕਾਮਯਾਬ ਕਰਨ ਵਾਸਤੇ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਹੈ। ਮੈਂ ਇੱਕ ਤੁਹਾਨੂੰ ਵਿੰਗ ਕਮਾਂਡਰ ਦਾ ਮੈਂ ਪੜ੍ਹ ਰਹੀ ਸੀਗੀ, 에ਅਰ ਫੋਰਸ ਦੀ ਰਿਟਾਇਰਡ ਆਫਿਸਰ, ਜਿਹੜੇ ਜੁਆਇਨ ਕੀਤੇ 26 ਜਨਵਰੀ ਵਾਲੇ ਦਿਨ ਟਰੈਕਟਰ ਚਲਾ ਕੇ ਉਹ ਗਏ ਨੇ। ਉਹਨਾਂ ਨੇ ਕਿਹਾ ਕਿ ਮੈਂ ਇੱਕ ਬਾਕਮਾਲ ਜਿਹੜਾ ਹੈਗਾ ਉੱਥੇ ਵਰਤਾਰਾ ਦੇਖਿਆ। ਸਭ ਲੋਕ ਲਾਈਨਾਂ ਵਿੱਚ ਲੱਗ ਕੇ ਹਰ ਚੀਜ਼ ਕਰ ਰਹੇ ਨੇ, ਆਪਣੀ ਡਿਊਟੀ ਨਿਭਾ ਰਹੇ ਨੇ, ਕੋਈ ਧੱਕਾ ਮੁੱਕੀ ਨਹੀਂ ਕਰ ਰਹੇ। ਹਜ਼ਾਰਾਂ ਦੀ ਗਿਣਤੀ ਵਿੱਚ ਥਾਊਜ਼ੈਂਡ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਆਰਗੇਨਾਈਜ਼ ਨਹੀਂ ਕਰ ਰਿਹਾ, ਉਹ ਆਪਣੇ ਆਪ ਆਰਗੇਨਾਈਜ਼ ਹੋ ਰਹੇ ਨੇ। ਫਿਰ ਉਹ ਅੱਗੇ ਲਿਖਦੇ ਨੇ ਕਿ ਕਿਸ ਤਰ੍ਹਾਂ ਜਦੋਂ ਸਾਨੂੰ ਜਿਹੜਾ ਸੀਗਾ ਦੱਸਿਆ ਹੋਇਆ ਮਾਰਗ ਸੀਗਾ, ਉੱਥੇ ਰੋਕਾਂ ਲਾਈਆਂ ਗਈਆਂ, ਜਿਹੜਾ ਜਿਸ ਰਸਤੇ ਨਹੀਂ ਸੀ ਜਾਣਾ ਉਹ ਖੋਲਿਆ ਗਿਆ ਡਿਸਗਾਈਜ਼ ਕਰਨ ਦੇ ਵਾਸਤੇ। ਸੋ ਇਹਦੇ ਪਿੱਛੇ ਜਿਹੜਾ ਤੁਹਾਡਾ ਨੁਕਤਾ ਨਜ਼ਰ ਹੈਗਾ ਉਹ ਹੈਗਾ ਕਿ ਸਿਆਸੀ ਧਿਰਾਂ ਦਾ ਰੋਲ। ਦੇਖੋ, ਸਿਆਸੀ ਧਿਰਾਂ ਦਾ ਰੋਲ ਤਾਂ ਹਮੇਸ਼ਾ ਹੀ ਨਿੰਦਣਯੋਗ ਰਿਹਾ। ਅਗਰ ਆਪਾਂ ਸੱਚਾਈ ਦੇ ਵੱਲ ਜਾਈਏ, ਉਹਨਾਂ ਨੇ ਕਦੇ ਵੀ ਪੰਜਾਬ ਦੇ ਨਾਲ, ਦੇਸ਼ ਦੇ ਨਾਲ ਕਿਸੇ ਨਾਲ ਇਨਸਾਫ ਕਰਨ ਦੀ ਜਗ੍ਹਾ ਆਪਣੀਆਂ ਰੋਟੀਆਂ ਸੇਕੀਆਂ ਨੇ। ਉਹਨਾਂ ਨੇ ਕਦੇ ਵੀ ਅਗਰ ਮੁਲਕ ਦੀ ਤਰੱਕੀ ਵੱਲ ਕਦੇ ਸੋਚਿਆ ਹੁੰਦਾ, 73 ਸਾਲ ਬਾਅਦ ਅਸੀਂ ਗਲੀਆਂ ਨਾਲੀਆਂ ਤੇ ਹੀ ਖੜੇ ਹਾਂ ਕਿ ਸਾਡੇ ਵਾਸਤੇ ਜਿਹੜੀ ਬੇਸਿਕ ਨੈਸੈਸਿਟੀਜ਼ ਨੇ ਉਹ ਫੁੱਲਫਿਲ ਹੋ ਜਾਣ। ਲੇਕਿਨ ਅੱਜ ਜਿਹੜਾ ਵਰਤਾਰਾ ਸਿੱਧੂ ਸਾਹਿਬ ਵਰਤ ਰਿਹਾ ਹੈ ਉਹ ਇੱਕ ਐਸਾ ਕੁਦਰਤ ਦਾ ਤਕੜਾ ਵਰਤਾਰਾ ਵਰਤ ਰਿਹਾ ਨਿਜ਼ਾਮ ਹੈਗਾ ਕਿ ਜਿਹਦੇ ਵਿੱਚ ਆਦਮੀ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਹੈ ਕਿ ਉਹਦੇ ਵਿੱਚ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ। ਨਾ ਉੱਥੇ ਕੋਈ ਜਾਤ ਪਾਤ ਹੈ, ਨਾ ਕੋਈ ਉੱਥੇ ਕੋਈ ਪ੍ਰਾਂਤਵਾਦ ਹੈ, ਨਾ ਕੋਈ ਰੰਗ ਭੇਦ ਨਸਲ ਹੈ, ਔਰ ਕੋਈ ਉਹਨਾਂ ਨੂੰ ਆਰਗੇਨਾਈਜ਼ ਨਹੀਂ ਕਰਦਾ, ਆਪਣੇ ਆਪ ਚਲਾ ਰਹੇ ਨੇ। ਕਿਉਂਕਿ ਉਹਨਾਂ ਨੇ ਇਹ ਦੇਖ ਲਿਆ ਕਿ ਕਹਿੰਦੇ ਨੇ ਕਿ ਆਪਣੀ ਲੜਾਈ ਆਪ ਲੜੋ, ਆਪਣੀ ਕਬਰ 'ਚ ਲੱਤਾਂ ਇਨਸਾਨ ਨੂੰ ਆਪ ਪਾਉਣੀਆਂ ਪੈਂਦੀਆਂ ਨੇ। ਅੱਜ ਸਰਕਾਰਾਂ ਨੂੰ ਪਿੱਛੇ ਹਟਾ ਕੇ ਆਪਾਂ ਸਾਰਿਆਂ ਨੇ ਦੇਖਿਆ ਕਿਸ ਤਰ੍ਹਾਂ ਉਹਨਾਂ ਨੇ ਪੋਲੀਟੀਕਲ ਬੰਦਿਆਂ ਨੂੰ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ। ਉਹਨਾਂ ਨੇ ਕਿਹਾ ਮਿਹਰਬਾਨੀ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰਨ ਦਿਓ। ਉਹਨਾਂ ਨੇ ਅੱਜ ਤੱਕ ਉਹਨਾਂ ਨੇ ਬੜੇ ਈਮਾਨ ਦੇ ਨਾਲ, ਧਰਮ ਦੇ ਨਾਲ, ਆਪਣੀ ਜ਼ਿੰਮੇਵਾਰੀ ਨਾਲ, ਜਿੱਥੇ ਲੀਡਰਸ ਨੂੰ ਸਲੂਟ ਕਰਦੇ ਆ, ਉੱਥੇ ਮੈਂ ਇਹ ਗੱਲ ਕਹਿਣਾ ਬਹੁਤ ਜ਼ਰੂਰੀ ਸਮਝੀ ਇਸ ਮਾਧਿਅਮ ਤੋਂ ਸਿੱਧੂ ਸਾਹਿਬ ਕਿ ਜਿੱਥੇ ਜਿੱਥੇ ਵੀ ਅੰਦੋਲਨਕਾਰੀ ਬੈਠੇ ਨੇ, ਉਸ ਇਲਾਕੇ ਦੀਆਂ ਜਿਹੜੀਆਂ ਰਹਿਣ ਵਾਲੇ ਵਸਿੰਦੇ ਨੇ, ਨਾਗਰਿਕ ਨੇ, ਉਹਨਾਂ ਦੀ ਭੂਮਿਕਾ ਐਡੀ ਬਾਖੂਬੀ ਹੈਗੀ ਹੈ ਕਿ ਉਹਨਾਂ ਨੂੰ ਸੈਲਿਊਟ ਹੈ ਸਾਡਾ, ਸਲਾਮ ਹੈ ਸਾਡਾ ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਸਲਾਉਂਦੇ ਨੇ, ਉਹਨਾਂ ਨੂੰ ਬੇਸਿਕ ਨੈਸੈਸਿਟੀਜ਼ ਫੁੱਲਫਿਲ ਕਰਦੇ ਨੇ। ਜਦ ਕਿ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਸਿੱਧੂ ਸਾਹਿਬ ਖਦੇੜਨ ਦੀ, ਉਹਨਾਂ ਨੂੰ ਕੁਚਲਣ ਦੀ, ਉਹਨਾਂ ਨੂੰ ਭਜਾਉਣ ਦੀ। ਹਰ ਘਟੀਆ ਤੋਂ ਘਟੀਆ
ਜਿਹੜਾ ਸੀਗਾ ਉਹਨਾਂ ਨੇ ਹੱਥ ਕੰਡਾ ਅਪਣਾਇਆ। ਜਿਸ ਤਰ੍ਹਾਂ ਇਹ ਆਪਣੀ ਚੁਣੀ ਹੋਈ ਸਰਕਾਰ ਨਾ ਹੋਵੇ, ਕੋਈ ਵਿਦੇਸ਼ੀ ਹੁਕੂਮਤ ਹੋਵੇ, ਜਾਂ ਜਿਹੜੇ ਕ੍ਰਾਂਤੀਕਾਰੀ ਨੇ, ਪ੍ਰੋਟੈਸਟਰਸ ਨੇ, ਜਿਹੜਾ ਆਪਣੇ ਹੱਕਾਂ ਨੂੰ ਮੰਗਣ ਦੇ ਵਾਸਤੇ ਉਹ ਬੇਬਸ ਹੋ ਕੇ ਉੱਥੇ ਬੈਠੇ ਨੇ, ਉਹਨਾਂ ਨੂੰ ਦਿੱਲੀ 'ਚ ਵੜਨ ਦੀ ਇਜਾਜ਼ਤ ਨਹੀਂ। ਉਹ ਇਸ ਤਰ੍ਹਾਂ ਕਰ ਰਹੇ ਨੇ ਜਿਸ ਤਰ੍ਹਾਂ ਆਪਣੇ ਨਾਗਰਿਕ ਨਾ ਹੋਣ ਉਹਨਾਂ ਤੇ। ਇਸੇ ਕਰਕੇ ਜਿਹੜਾ ਅੱਜ ਦਾ ਲੀਡਰ ਦਾ ਕੋਈ ਭਰੋਸਾ ਉਹ ਸਰਕਾਰ ਤੇ ਉਹਨਾਂ ਦੇ ਉੱਪਰ ਨਹੀਂ ਹੈਗਾ ਜੀ। ਜੀ ਗਤੇ ਜੀ, ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਤੁਸੀਂ ਪੰਜਾਬੀਆਂ ਦੇ ਖਾਸੇ ਬਾਰੇ, ਸਿੱਖ ਭਾਈਚਾਰੇ ਦੇ ਖਾਸੇ ਬਾਰੇ, ਪਿਛੋਕੜ ਬਾਰੇ ਸਮੇਂ ਦੇ ਲਿਹਾਜ਼ ਨਾਲ ਚਰਚਾ ਵੀ ਕੀਤੀ ਹੈ। ਹੁਣ ਆਖਰੀ ਸਵਾਲ ਇਸ ਮੁੱਦੇ ਤੇ ਜੋ ਅੰਦੋਲਨ ਲੜਿਆ ਜਾ ਰਿਹਾ ਹੈ, ਕੇਂਦਰ ਕਹਿ ਰਿਹਾ ਕਿ ਨਹੀਂ ਜੀ ਸੋਧਾਂ ਕਰਵਾ ਲਓ, ਲਟਕਾਇਆ ਵੀ ਜਾ ਰਿਹਾ ਮਾਮਲੇ ਨੂੰ ਬਾਰ-ਬਾਰ। ਇਸ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ, ਹੁਣ ਤਾਂ ਦੇਸ਼ ਦਾ ਅੰਦੋਲਨ ਹੈ ਪਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਜਾਂ ਲੀਡਰਸ਼ਿਪ ਜਿਹੜੀ ਵਾਪਸ ਮੁੜ ਸਕਦੀ ਹੈ ਰੱਦ ਕਰਵਾਏ ਬਗੈਰ? ਸਾਨੂੰ ਪਿਛਲੇ ਸਮਿਆਂ ਦੇ ਵਿੱਚ ਬਹੁਤ ਹੈਰਾਨੀਜਨਕ ਕਿਸਮ ਦੀ ਲੀਡਰਸ਼ਿਪ ਮਿਲੀ ਹੈ ਔਰ ਕਈ ਉਹਨਾਂ ਨੇ ਕਾਰਵਾਈਆਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਆਪਣੇ ਅੰਦੋਲਨ ਦੇ ਅਨੁਸਾਰ ਟੁਕਮੀਆਂ ਵੀ ਨਹੀਂ ਕਹਿ ਸਕਦੇ ਤੇ ਅਮਾਨਵੀ ਵੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਲੌਂਗੋਵਾਲ ਨੇ ਕੀਤਾ ਸੀਗਾ, ਉਹ ਅਕਾਊਟ ਕੀਤਾ ਸਾਰਿਆਂ ਦੀ ਪਿੱਠ ਦੇ ਪਿੱਛੇ। ਸੋ ਇਹ ਇਸ ਤਰ੍ਹਾਂ ਦਾ ਸ਼ੱਕ ਤਾਂ ਹਰ ਵਾਰੀ ਰਹਿੰਦਾ ਹੈ, ਲੇਕਿਨ ਇਹ ਗੱਲ ਹੁਣ ਇਸ ਤਰ੍ਹਾਂ ਹੈਗੀ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਨਹੀਂ ਰਿਹਾ, ਸਿਰਫ ਹਿੰਦੁਸਤਾਨ ਦਾ ਅੰਦੋਲਨ ਨਹੀਂ ਰਿਹਾ, ਇਹ ਸਾਰੀ ਮਨੁੱਖਤਾ ਦਾ ਅੰਦੋਲਨ ਬਣ ਗਿਆ। ਔਰ ਇਸ ਦੇ ਵਿੱਚ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆ ਰਹੀ ਹੈ, ਉਹ ਸਾਰੇ ਦੇ ਸਾਰੇ ਕਹਿ ਰਹੇ ਨੇ, ਸ੍ਰੇਸ਼ਟ ਬੁੱਧੀਜੀਵੀ ਜਿੰਨੇ ਆਪਣੇ ਆਣਗੇ, ਇਸ ਮੁਲਕ ਦੇ ਆਰਥਿਕ ਮਾਹਿਰ ਆਣਗੇ, ਜਿਹੜੇ ਇੱਕ ਨੋਬਲ ਪ੍ਰਾਈਜ਼ ਵਿਨਰ ਆਣਗੇ, ਸਾਰੇ ਦੇ ਸਾਰੇ ਇਹ ਕਹਿ ਰਹੇ ਆ ਕਿ ਇਹ ਬਹੁਤ ਘਾਤਕ ਚੀਜ਼ ਹੈ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਨੇ। ਸੋ ਇਹ ਕਾਨੂੰਨ ਤਾਂ ਇਹਨਾਂ ਨੂੰ ਰੱਦ ਕਰਨੇ ਹੀ ਪੈਣਗੇ। ਜਿਹੜਾ ਇਹ ਕਹਿ ਦਿੰਦੇ ਆ ਕਿ ਜੀ ਅਸੀਂ 1.5 ਸਾਲ ਵਾਸਤੇ ਇਹਨੂੰ ਪੋਸਟਪੋਨ ਕਰ ਦਿੰਨੇ ਆ, ਪੋਸਟਪੋਨ ਕਰਨ ਦਾ ਮਤਲਬ ਇਹ ਹੈ ਵੀ ਫੰਦਾ ਤੁਹਾਡੇ ਉੱਤੇ ਲਟਕ ਰਿਹਾ, ਤੁਸੀਂ ਅੱਜ ਗੱਲ ਨਾ ਫਸਾਓ, ਵਿੱਚ ਸਾਲ ਬਾਅਦ ਫਸਾ ਲਓ। ਜਿਹੜਾ ਕਹਿੰਦੇ ਆ ਕਿ ਜੀ ਇਸ ਨੂੰ ਅਸੀਂ ਤਬਦੀਲ ਕਰ ਦਿੰਨੇ ਆ, ਇਹਦੇ ਵਿੱਚ ਤਬਦੀਲੀਆਂ ਲਿਆ ਦਿੰਨੇ ਆ, ਉਸ ਦਾ ਮਤਲਬ ਇਹ ਹੈ ਕਿ ਜੀ ਜ਼ਹਿਰ ਦਾ ਭਰਿਆ ਪਿਆਲਾ ਹੈਗਾ, ਤੁਸੀਂ ਅੱਧਾ ਪੀ ਲਓ, ਤੁਸੀਂ ਪੌਣਾ ਪੀ ਲਓ, ਤੁਸੀਂ ਤਾਂ ਇੱਕ ਬੂੰਦ ਨਾਲ ਵੀ ਮਰ ਜਾਣਾ। ਔਰ ਇਹ ਜਿਹੜਾ ਹੈ ਇਹ ਕਾਨੂੰਨ ਹੁਣ ਲੋਕਾਂ ਨੂੰ, ਦੇਖੋ ਇਹਨਾਂ ਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਇਹਨਾਂ ਨੇ ਮਜ਼ਦੂਰ ਬਣਾਉਣ ਵਾਸਤੇ ਇਹ ਕਾਨੂੰਨ ਲਾਗੂ ਕੀਤਾ ਵੀ ਸਾਰੇ ਦੇ ਸਾਰੇ ਮਜ਼ਦੂਰ ਹੋ ਜਾਣ ਤੇ ਫੈਕਟਰੀਆਂ ਦੇ ਵਿੱਚ ਚੀਪ ਲੇਬਰ ਮਿਲੇ। ਲੇਕਿਨ ਜਿਹੜਾ ਬਿਹਾਰ ਦੇ ਵਿੱਚ, ਝਾਰਖੰਡ ਦੇ ਵਿੱਚ ਜਿਹੜੇ ਲੋਕ ਇੱਥੇ ਆਉਂਦੇ ਨੇ ਸਾਡੇ ਕੋਲ, ਤੁਹਾਨੂੰ ਪਤਾ ਹੈ ਕੰਮ ਕਰਨ ਵਾਸਤੇ, ਯੂਪੀ ਤੋਂ, ਈਸਟਰਨ ਯੂਪੀ ਤੋਂ, ਵੈਸਟਰਨ ਯੂਪੀ ਤੋਂ, ਸਾਰੇ ਲੋਕ, ਇੰਨਾ ਸਾਰਾ ਲੇਬਰ ਤਾਂ ਇਹਨਾਂ ਕੋਲ ਹੈਗਾ ਜਿਹਨੂੰ ਇਹ ਇੰਪਲਾਈ ਕਰ ਨਹੀਂ ਸਕਦੇ। ਦੂਸਰੀ, ਉਸ ਲੇਬਰ ਨੂੰ ਇੰਪਲਾਏਬਲ ਬਣਾਉਣ ਵਾਸਤੇ ਇਹਨਾਂ ਦੇ ਕੋਲੇ ਕੋਈ ਇੰਸਟੀਟਿਊਸ਼ਨਸ ਨਹੀਂ ਜਿੱਥੇ ਟ੍ਰੇਨਿੰਗ ਦੇਣ ਤੇ ਇੰਪਲਾਏਬਲ ਬਣਾਉਣ। ਯਾਨੀ ਕਿ ਸਿਰਫ ਇੱਕ ਨੁਕਤਾ ਫੜ ਕੇ ਕਿ ਸਾਰਿਆਂ ਨੂੰ ਬਰਾਬਰ ਕਰ ਦਿਓ, ਸਾਰਿਆਂ ਨੂੰ ਮੰਗਤੇ ਬਣਾ ਦਿਓ, ਠੂਠੇ ਹੱਥ ਫੜਾ ਦਿਓ ਔਰ ਕਾਰਪੋਰੇਟ ਦੇ ਦਰ ਦੇ ਉੱਤੇ ਖੜੇ ਕਰ ਦਿਓ, ਇਹ ਕਰ ਰਹੇ ਨੇ। ਤਾਂ ਇਹ ਜਿਹੜਾ ਮਨਸੂਬਾ ਹੈ ਅਮਾਨਵੀ ਹੈ। ਥੈਂਕ ਯੂ ਗਤੇ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਭੀਮੇਂਦਰ, ਸਮੇਂ ਦੇ ਲਿਹਾਜ਼ ਨਾਲ ਸਮਾਂ ਵੀ ਘੱਟ ਹੈ ਪਰ ਮੈਂ ਜਵਾਬ ਜ਼ਰੂਰ ਚਾਹਾਂਗਾ, ਕਿਉਂਕਿ ਸਾਰਾ ਜਿਸ ਤਰੀਕੇ ਨਾਲ ਆਪਾਂ ਕਿਸਾਨੀ ਪਿਛੋਕੜ ਦੀ ਗੱਲ ਕੀਤੀ ਹੈ, ਪੰਜਾਬ ਦੀ ਗੱਲ ਕੀਤੀ ਹੈ, ਜੋ ਮਾਹੌਲ ਇਸ ਵੇਲੇ ਬਣਿਆ ਹੋਇਆ, ਕੇਂਦਰ ਕਹਿੰਦਾ ਕਿ ਨਹੀਂ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਜਿੱਦਾਂ ਗੁਰਤੇਜ ਜੀ ਵੀ ਨੇ ਕਿਹਾ ਕਿ ਹੋਰ ਕੋਈ ਚਾਰਾ ਨਹੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਗੈਰ। ਸੰਖੇਪ ਚ ਮੈਂ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ ਡਾਕਟਰ ਭੀਮੇਂਦਰ ਜੀ। ਜੀ ਸਿੱਧੂ ਸਾਹਿਬ, ਦੇਖੋ ਜਿੱਥੋਂ ਤੱਕ ਇਸ ਅੰਦੋਲਨ ਦੇ ਪ੍ਰੈਸ਼ਰ ਦੀ ਗੱਲ ਹੈ, ਉਹ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਆਪਾਂ ਨੂੰ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਛੋਟੀਆਂ ਬੱਚੀਆਂ ਦੇ ਉੱਤੇ ਵੀ ਜਿਹੜੇ ਨੇ ਯੂਆਪਾ ਵਰਗੇ ਜਿਹੜੇ ਨੇ ਕਾਨੂੰਨ ਲੱਦੇ ਗਏ ਔਰ ਉਹਨਾਂ ਦੇ ਉੱਤੇ ਕੇਸ ਬਣਾਏ ਗਏ, ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। ਇੱਥੋਂ ਪਤਾ ਲੱਗਦਾ ਕਿ ਸਰਕਾਰ ਜਿਹੜੀ ਹੈਗੀ ਆ ਅੰਦਰੋਂ ਕਿੰਨੀ ਖੋਖਲੀ ਹੋ ਚੁੱਕੀ ਹੈ, ਡਰ ਚੁੱਕੀ ਹੈ। ਮੈਨੂੰ ਇਹ ਸਿਰਫ ਤਿੰਨ ਕਾਨੂੰਨਾਂ ਦੀ ਗੱਲ ਨਹੀਂ ਹੈ ਹੁਣ ਵਾਪਸ ਕਰਾਉਣ ਦੀ। ਹੁਣ ਜਿਹੜਾ ਹੈਗਾ, ਹੁਣ MSP ਵਾਲਾ ਇੱਕ ਵੱਖਰਾ ਕਾਨੂੰਨ ਉਹ ਵੀ ਬਣਾਉਣਾ ਪਏਗਾ ਔਰ ਸਿਰਫ 6% ਲੋਕਾਂ ਲਈ ਨਹੀਂ, ਹੁਣ ਪੂਰੇ ਹਿੰਦੁਸਤਾਨ ਦੀ ਕਿਸਾਨੀ ਦੇ ਲਈ ਜਿਹੜਾ ਹੈਗਾ MSP ਜਿਹੜੀ ਹੈਗੀ ਆ ਉਹ ਉਹਦੇ ਲਈ ਲਾਜ਼ਮੀ ਹੋਏਗਾ, ਉਹ ਕਾਨੂੰਨ ਉਹ ਬਣੇਗਾ। ਔਰ ਇਸ ਤੋਂ ਇਲਾਵਾ ਜਿਹੜੀ APMC ਹੈ, ਜਿਹੜੀ ਸਾਡੀ ਸਰਕਾਰੀ ਮੰਡੀਆਂ ਨੇ, ਉਹਨਾਂ ਨੂੰ ਬਾਕੀ ਸਟੇਟਾਂ ਦੇ ਵਿੱਚ ਕਿਵੇਂ ਡਿਵੈਲਪ ਕਰਨਾ ਹੈ, ਕਿਵੇਂ ਉਹ ਅੱਗੇ ਜਾ ਕੇ, ਤਾਂ ਕਿ ਜਿਹੜਾ ਕਿਸਾਨਾਂ ਦੀ ਜਿਹੜੀ ਜਿਣਸ ਹੈ
ਉਹ ਵਿਕ ਸਕੇ। ਇਹਨੂੰ ਪੂਰੇ Thank you, ਹਿੰਦੁਸਤਾਨ ਦੇ ਲੈਵਲ ਦੇ ਉੱਤੇ ਡਿਵੈਲਪ ਕਰਨਾ ਪਏਗਾ। ਸੋ ਤਾਂ ਹੀ Thank ਇਹ you, ਕਾਨੂੰਨ ਜਿਹੜੇ ਨੇ ਅਸਲੀ ਜਿਹੜਾ ਹੈਗਾ Yes. ਉਹ ਸੰਘਰਸ਼ ਦਾ ਫਾਇਦਾ ਹੋਏਗਾ। ਜੀ ਸਰ। ਜੀ ਡਾਕਟਰ ਸੋਤਾ, ਆਖਰੀ ਕਮੈਂਟਸ ਇਸ ਬਹਿਸ ਦੇ ਇਸ ਮੁੱਦੇ ਦੇ ਉੱਤੇ ਕਿ ਤਿੰਨੇ ਖੇਤੀ ਕਾਨੂੰਨ ਆਖਰਕਾਰ ਰੱਦ ਕਰਨੇ ਹੀ ਪੈਣੇ ਹੈ ਮੋਦੀ ਸਰਕਾਰ ਨੂੰ, ਸੰਖੇਪ ਚ ਡਾਕਟਰ ਸਾਹਿਬ। ਜੀ ਦੇਖੋ, ਜਿਹੜੇ ਇਹ ਕਾਨੂੰਨ ਨੇ 100% ਰੱਦ ਕਰਨੇ ਪੈਣਗੇ। ਮੈਂ ਇੱਥੇ ਕੋਟ ਕਰਨਾ ਚਾਹੂੰਗੀ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜਿਹੜੀ ਮੈਂਬਰ ਸੀਗੇ ਅਰੁਣ ਸ਼ੌਰੀ ਜੀ, ਉਹਨਾਂ ਦਾ ਮੈਂ ਇੱਕ ਦਿਨ ਲੇਖ ਪੜ੍ਹ ਰਹੀ ਸੀ। ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬੀ ਲੜਦਾ ਤਾਂ ਫਾਈਟ ਟੂ ਫਿਨਿਸ਼, ਉਹ ਆਪਣੀ ਸੈਲਫ ਰਿਸਪੈਕਟ ਲਈ ਕਿਸੇ ਹੱਦ ਤੱਕ ਵੀ ਜਾਂਦਾ ਔਰ ਆਪਣਾ ਰਾਈਟ ਲੈਣ ਦੇ ਵਾਸਤੇ ਉਹ ਕਦੇ ਪਿੱਛੇ ਨਹੀਂ ਹਟਦਾ। ਦੇਖੋ ਕਿਹੋ ਜਿਹੇ ਮੌਸਮ ਇਹਨਾਂ ਨੇ ਹੰਢਾਏ ਨੇ, ਧੁੱਪਾਂ ਗਈਆਂ, ਲੋਆਂ ਗਈਆਂ, ਕੱਕਰ ਗਿਆ, ਮੀਂਹ ਗਏ, ਹਨੇਰੀ ਗਏ। 198 ਦੇ ਕਰੀਬ ਜਿਹੜੇ ਸੀਗੇ ਉਹ ਸ਼ਹੀਦ ਹੋ ਗਏ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ, ਲੇਕਿਨ ਕਿਸੇ ਨੇ ਵੀ ਉੱਥੋਂ ਹਟਣ ਦਾ, ਝੁਕਣ ਦਾ, ਪਿੱਛੇ ਮੁੜਨ ਦਾ ਆਪਾਂ ਕਦੇ ਨਾਮ ਨਹੀਂ ਸੁਣਿਆ। ਜਿਹਦੇ ਨਾਲ ਗੱਲ ਕਰ ਲਓ ਉਹ ਕਹਿੰਦੇ ਵਾਪਸ ਨਹੀਂ ਜਾਵਾਂਗੇ ਜਦ ਹੱਕ ਲੈ ਕੇ ਨਹੀਂ ਜਾਵਾਂਗੇ। ਅਰੁਣ ਸ਼ੌਰੀ ਜੀ ਕਹਿੰਦੇ ਨੇ ਕਿ ਇਹ ਸਰਕਾਰ ਦੀ ਇਨਸੈਂਸਿਟਿਵਿਟੀ ਹੈ, ਇਹ ਸਰਕਾਰ ਨੀਵੇਂ ਕਰਕੇ ਆਂਕ ਰਹੀ ਹੈ ਕਿਸਾਨਾਂ ਨੂੰ। ਇਹ ਨਹੀਂ ਸਮਝ ਰਹੀ ਕਿ ਆਪਣੀ ਇਹ ਸੈਲਫ ਰਿਸਪੈਕਟ ਦੀ ਖਾਤਰ ਕੁਝ ਵੀ ਕਰ ਸਕਦੇ ਨੇ। ਇਹ ਤਾਂ ਉਹਨਾਂ ਦੀ ਆਪਣੀ ਐਗਜ਼ਿਸਟੈਂਸ ਦੀ ਲੜਾਈ ਹੈਗੀ ਹੈ। ਸੋ ਮੇਰਾ ਇਹ ਖਿਆਲ ਹੈ ਕਿ ਮੈਂ ਪੜ੍ਹ ਰਹੀ ਸੀ ਕਿ 1952 ਵਿੱਚ ਸਿੱਧੂ ਸਾਹਿਬ ਇੱਕ ਪਿੰਡ 1952 ਵਿੱਚ ਵੀ ਜੀ ਗਣਤੰਤਰ ਦਿਵਸ ਵਿੱਚ ਟਰੈਕਟਰ ਗਏ ਸੀਗੇ। ਇਸ ਵੇਲੇ ਟਰੈਕਟਰ ਜਿਹੜਾ ਹੈਗਾ ਏਕਤਾ ਦਾ ਪ੍ਰਤੀਕ ਬਣਿਆ ਹੋਇਆ ਔਰ ਰਹਿਣ ਬਸੇਰਾ ਬਣਿਆ ਹੋਇਆ ਔਰ ਉਹ ਇੱਕ ਚੱਲਦਾ ਫਿਰਦਾ ਗਣਤੰਤਰ ਬਣਿਆ ਹੋਇਆ ਹੈਗਾ। ਇਸ ਕਰਕੇ ਅਜਿਹੀ ਸਥਿਤੀ ਜਿਹੜੀ ਪੈਦਾ ਹੋਈ ਹੈ, ਇਹਦੇ ਵਿੱਚ ਮੁੜ ਕੇ ਆਉਣਾ ਤਾਂ ਸੰਭਵ ਨਹੀਂ, ਕਿਉਂਕਿ ਸੱਚ ਦੀ ਹੱਕ ਦੀ ਲੜਾਈ ਹੈ। ਉਹ ਤੋਂ ਪਿੱਛੇ ਹਟਣਾ ਜਿਹੜਾ ਪੰਜਾਬੀਆਂ ਦਾ ਸੁਭਾਅ ਨਹੀਂ। ਸੋ ਇਸ ਨੂੰ ਪਿੱਛੇ ਨਹੀਂ ਕੀਤਾ ਜਾ ਸਕਦਾ। ਜਿੰਨੀ ਛੇਤੀ ਸਰਕਾਰ ਇਸ ਤੇ ਗੌਰ ਕਰੇ ਓਨਾ ਹੀ ਚੰਗਾ ਹੈ। ਇਹ ਜਿਹੜੇ ਮਖੌਲ ਕਰਨੇ ਪਾਰਲੀਮੈਂਟ 'ਚ ਜਾ ਕੇ ਹੱਸਣਾ, ਇਹ ਕਿਸੇ ਨੂੰ ਭਾਉਂਦਾ ਨਹੀਂ। ਸੱਚ ਬਾਹਰ ਹੋਰ ਹੈ, ਅੰਦਰ ਹੋਰ ਹੈ, ਸਭ ਦੁਨੀਆ ਸਮਝਦੀ ਹੈ। ਅਗਰ ਉੱਥੇ ਜਵਾਬ ਦੇਣ ਦਾ ਮੌਕਾ ਮਿਲੇ ਪਾਰਲੀਮੈਂਟ 'ਚ ਬੋਲਦਿਆਂ ਨੂੰ ਤਾਂ ਆਪਾਂ ਸਾਰੇ ਪੁੱਛੀਏ ਕਿ ਕੀ ਕਹਿ ਰਹੇ ਹੋ, ਤੁਹਾਡੀ ਜ਼ਬਾਨ ਹੈ ਕਿ ਕੀ ਹੈ। ਸੋ ਮੇਰਾ ਤਾਂ ਇਹੀ ਮੰਨਣਾ, ਪ੍ਰਮਾਤਮਾ ਅੱਗੇ ਅਰਦਾਸ ਵੀ ਹੈ ਕਿ ਇਸ ਨੂੰ ਜਿਹੜਾ ਵਕਤੀ ਜਿਹੜੀ ਹਕੂਮਤ ਹੈਗੀ ਹੈ ਉਹ ਰੱਬ ਨਹੀਂ ਹੈ। ਉਹ ਜਿਹੜੇ ਹੈਗੇ ਉਹਨਾਂ ਨੂੰ ਵੋਟ ਦੇ ਕੇ ਸੰਭਾਲਿਆ ਗਿਆ ਰਾਜ ਭਾਗ, ਲੇਕਿਨ ਉਹ ਖੁਦਾ ਨਹੀਂ ਬਣ ਗਏ। ਉਹਨਾਂ ਨੂੰ ਆਪਣਾ ਨਜ਼ਰਸਾਨੀ ਕਰਨੀ ਚਾਹੀਦੀ ਹੈ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ ਗੁਰਤੇਜ ਜੀ, ਡਾਕਟਰ ਭੀਮਿੰਦਰ, ਡਾਕਟਰ ਸੋਤਾ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਆਏ। ਘੱਟੋ ਘੱਟ ਜਿਹੜਾ ਗੈਰ ਰਸਮੀ ਤੌਰ ਤੇ ਇੱਕ ਗੱਲ ਜਿਹੜੀ ਇਸ ਡਿਬੇਟ 'ਚ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਕਿਉਂ ਜ਼ਰਖੇਜ਼ ਹੈ। ਕੇਂਦਰ ਬਾਰ-ਬਾਰ ਪੁੱਛ ਰਿਹਾ ਹੈ ਕਿ ਅੰਦੋਲਨ ਪੰਜਾਬ 'ਚ ਉੱਠਿਆ ਹੈ। ਇਸ ਦੀ ਵਜ੍ਹਾ ਹੈ ਕਿ ਜਿਸ ਧਰਤੀ 'ਚੋਂ ਦਰਿਆ ਨਿਕਲਣਗੇ ਉਹੀ ਧਰਤੀ ਜ਼ਰਖੇਜ਼ ਹੋਏਗੀ ਤੇ ਪੰਜਾਬ ਬਿਲਕੁਲ ਜਿਹੜੀ ਹੈਗੀ ਹੈ ਜ਼ਰਖੇਜ਼ ਹੈ ਲਹਿਰਾਂ ਦੇ ਲਈ। ਇਹੀ ਵਜ੍ਹਾ ਹੈ ਕਿ ਇਸ ਵੇਲੇ ਜਿਹੜੀ ਲੜਾਈ ਲੜੀ ਜਾ ਰਹੀ ਹੈ, ਜਿਹੜੀ ਲੀਡਰਸ਼ਿਪ ਹੈ ਕਿਸਾਨੀ ਦੀ, ਇਸ ਗੱਲ ਤੇ ਬੜੀ ਭਰੋਸੇਮੰਦ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਜਾਣਗੇ, ਕਿਉਂਕਿ ਉਹ ਜ਼ਰਖੇਜ਼ ਜ਼ਮੀਨ 'ਚੋਂ ਤੇ ਆਉਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਮੁੜ ਤੁਹਾਡੇ ਸਾਰਿਆਂ ਵੱਲੋਂ ਧੰਨਵਾਦੀ ਹਾਂ। ਜਿਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।